ਯੰਗ ਲੋਕਾਂ ਨੂੰ ਹਾਰਟ ਅਟੈਕ ਜ਼ਿਆਦਾ ਹੋ ਰਿਹਾ ਹੈ ਜਦੋਂ ਕਿ ਉਹਨਾਂ ਦਾ ਲਾਈਫ ਸਟਾਈਲ ਵੀ ਕਈਆਂ ਦਾ ਹੈਲਦੀ ਹੈਗਾ, ਉਹਨਾਂ ਨੂੰ ਕੋਈ ਹਾਰਟ ਡਿਜ਼ੀਜ਼ ਵੀ ਹੈ ਨਹੀਂ ਸੀ। ਹਾਰਟ ਅਟੈਕ ਕੀ ਕਿਸੇ ਨੂੰ ਕਿਸੇ ਏਜ ਦੇ ਵਿੱਚ ਵੀ ਹੋ ਸਕਦਾ? ਲੈਟਸ ਸੇ ਜਦੋਂ ਗੁੱਸਾ ਚੜਦਾ ਹੈ ਸੋ ਯੂਰ ਰਿਸਕ ਆਫ ਹਾਰਟ ਅਟੈਕ ਡਬਲਸ। ਅਗਰ ਤੁਹਾਡੇ ਲਵਡ ਵਨਸ ਦਾ ਡੈਥ ਹੋ ਜਾਂਦਾ, ਕਿਸੇ ਦਾ ਡੈਥ ਹੋ ਜਾਂਦਾ, ਐਕਚੁਅਲੀ ਯੂਰ ਹਾਰਟ ਅਟੈਕ ਰਿਸਕ ਗੋਜ਼ ਅਪ ਬਾਈ 20 ਟਾਈਮ। ਹਾਰਟ ਅਟੈਕ ਹੋ ਰਿਹਾ ਲਾਈਕ ਪਤਾ ਲੱਗ ਜਾਂਦਾ ਕਈਆਂ ਨੂੰ ਤਾਂ, ਹੈ ਨਾ, ਕਈਆਂ ਨੂੰ ਤਾਂ ਚਲੋ ਨਹੀਂ ਪਤਾ ਲੱਗ ਜਾਂਦਾ, ਦੈਟਸ ਅ ਡਿਫਰੈਂਟ ਇਸ਼ੂ। ਪਰ ਫਰਸਟ ਥਿੰਗ ਕੀ ਕਰਨੀ ਚਾਹੀਦੀ? ਵੈਰੀ ਇੰਪੋਰਟੈਂਟ ਲੇਡੀਜ਼ ਦੇ ਲਈ ਐਂਡ ਡਾਇਬੈਟਿਕਸ ਦੇ ਲਈ ਇਹ ਟਿਪੀਕਲ ਸਿੰਪਟਮਸ ਨਹੀਂ ਆਉਂਦੇ ਹਾਰਟ ਅਟੈਕ ਦੇ। ਸਭ ਤੋਂ ਪਹਿਲਾਂ ਦੱਸੋ ਜੀ, ਹਾਰਟ ਅਟੈਕ ਐਂਡ ਕਾਰਡੀਅਕ ਅਰੈਸਟ ਦੋਨਾਂ 'ਚ ਕੀ ਡਿਫਰੈਂਸ ਹੈਗਾ? ਹਾਰਟ ਅਟੈਕ ਦੇ ਨਾਲ ਕਾਰਡੀਅਕ ਅਰੈਸਟ ਯਾਨੀ ਕਿ ਦਿਲ ਰੁਕਦਾ ਹੈ ਪ੍ਰੋਬੇਬਲੀ ਅਰਾਊਂਡ 5 to 10% of the time. So heart attack is actually not the most common cause of cardiac arrest. ਪਰ ਇਹਦਾ ਕੀ ਰੀਜ਼ਨ ਹੁੰਦਾ ਕਾਰਡੀਅਕ ਅਰੈਸਟ? ਕਿ ਉਸ ਬੰਦੇ ਨੂੰ ਐਸਪਰੀਨ ਜਿਹੜੀ ਦੇ ਦਿੰਦੇ ਹੈਗੇ ਉਹ ਕਿੰਨੀ ਕੁ ਇੰਪੋਰਟੈਂਟ ਹੈ? ਜੀ ਸੋ ਜਦੋਂ ਹਾਰਟ ਅਟੈਕ ਹੁੰਦਾ ਹੈ, ਅਗਰ ਕੋਈ ਬੰਦਾ ਹੋਸ਼ 'ਚ ਹੈਗਾ, ਦੇਰ ਟਾਕਿੰਗ, ਦੇਰ ਸਪੀਕਿੰਗ, ਦੇ ਡੋਂਟ ਨੀਡ CPR। ਸੋ ਯਾਦ ਹੈ ਅਸੀਂ ਗੱਲਬਾਤ ਕੀਤਾ ਸੀ ਕਿ ਕਾਰਡੀਅਕ ਅਰੈਸਟ ਜਦੋਂ ਹੁੰਦਾ ਹੈ ਬ੍ਰੇਨ 'ਚ ਅਸਰ ਹੁੰਦਾ ਹੈ। ਸੋ ਵਿਦਿਨ 4 to 6 minutes ਅਗਰ ਬ੍ਰੇਨ ਨੂੰ ਆਕਸੀਜਨ ਦੀ ਸ਼ੂਗਰ ਨਹੀਂ ਮਿਲਦੀ, ਇਰਰਿਵਰਸਿਬਲ ਸੈੱਲ ਦੀ ਡੈਥ ਹੁੰਦੀ ਹੈ। ਸੋ CPR ਦਾ ਹੋਲ ਪ੍ਰੈਮਿਸ ਜਿਹੜਾ ਹੈਗਾ ਹੈ, ਅਸੀਂ ਬ੍ਰੇਨ ਨੂੰ ਬਲੱਡ ਫਲੋ ਤੇ ਆਕਸੀਜਨ ਦੇਣਾ ਚਾਹੁੰਦੇ ਹਾਂ। ਹੁੰਦਾ ਉਹ ਹਾਰਟ ਅਟੈਕ ਦਾ ਦਰਦ ਹੈ, ਉਹਨੂੰ ਐਸਿਡ ਦਾ ਸਮਝ ਲੈਣਾ, ਜਾਂ ਹੁੰਦਾ ਉਹ ਐਸਿਡ ਦਾ ਦਰਦ ਹੈ, ਉਹਨੂੰ ਇਹ ਸਮਝ ਲੈਣਾ ਕਿ ਮੈਨੂੰ ਹਾਰਟ ਅਟੈਕ ਹੋ ਰਿਹਾ। ਐਗਜ਼ੈਕਟਲੀ। ਇਹਨੂੰ ਕਿਵੇਂ ਡਿਫਰੈਂਸ਼ੀਏਟ ਕੀਤਾ ਜਾ ਸਕਦਾ? ਲਾਈਫ ਸਟਾਈਲ ਚੇਂਜਸ ਹੈਗੀਆਂ ਜਾਂ ਸਾਡੀ ਜ਼ਿੰਦਗੀ 'ਚ ਸਟ੍ਰੈਸ ਹੀ ਇੰਨਾ ਹੋ ਗਿਆ ਕਿ ਯੰਗ ਪਾਪੂਲੇਸ਼ਨ ਨੂੰ ਇੰਨੀਆਂ ਹਾਰਟ ਡਿਜ਼ੀਜ਼ ਹੋਣ ਲੱਗ ਗਈ ਅੱਗੇ? ਸੋ ਲੇਡੀਜ਼ ਦਾ ਐਕਚੁਅਲੀ ਹਾਰਟ ਅਟੈਕ ਦਾ ਰਿਸਕ ਹਾਈਐਸਟ ਹੁੰਦਾ ਹੈ ਜਦੋਂ ਅਸੀਂ ਮੈਨੋਪੌਜ਼ ਸਪੈਸੀਫਿਕਲੀ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਗੁਰਦੇਵ, ਸਾਨੂੰ ਇਹ ਦੱਸੋ ਜੀ, ਤੁਹਾਡੀ ਐਡਵਾਈਸ ਕੀ ਹੈਗੀ ਹੈ ਉਸ ਫੈਮਿਲੀ ਨੂੰ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਹੈਗੀ ਹੈ ਹਾਰਟ ਡਿਜ਼ੀਜ਼? ਅੱਛਾ, ਅੱਜ ਕੱਲ੍ਹ ਸਮਾਰਟ ਵਾਚਿਸ ਜਾਂ ਜਿਹੜੀਆਂ ਵੀਅਰੇਬਲ ਡਿਵਾਈਸਿਸ ਹੈਗੀਆਂ, ਇਹਨਾਂ ਦਾ ਬਹੁਤ ਫੈਸ਼ਨ ਹੈ ਔਰ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਾਨੂੰ ਸ਼ਾਇਦ ਹਾਰਟ ਅਟੈਕ ਤੋਂ ਬਚਾ ਸਕਦੀਆਂ ਜਾਂ ਸਾਨੂੰ ਇੰਡੀਕੇਸ਼ਨ ਦੇ ਸਕਦੀਆਂ। ਕਿੰਨਾ ਕੁ ਟਰੂ ਹੈ ਜੀ? ਦਿਲ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ, ਕਿਸ ਤਰ੍ਹਾਂ ਦੇ ਸਿੰਪਟਮਸ ਹੋਣ ਤੁਹਾਡੀ ਲਾਈਫ ਸਟਾਈਲ ਦੇ ਵਿੱਚ ਕਿ ਜਿਨ੍ਹਾਂ 'ਤੇ ਤੁਹਾਨੂੰ ਅਟੈਂਸ਼ਨ ਦੇਣੀ ਚਾਹੀਦੀ ਹੈ। ਕਿਉਂਕਿ ਹਾਰਟ ਅਟੈਕਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਬੜਾ ਕਾਮਨ ਵਰਡ ਹੋ ਗਿਆ ਹੁਣ ਹਾਰਟ ਅਟੈਕ। ਅਕਸਰ ਇਹ ਸੁਣ ਲੈਂਦੇ ਹਾਂ ਵੀ ਫਲਾਣੇ ਨੂੰ ਹਾਰਟ ਅਟੈਕ ਹੋ ਗਿਆ, ਫਲਾਣੇ ਨੂੰ ਤਾਂ ਕੋਈ ਦਿਲ ਦੀ ਬਿਮਾਰੀ ਹੈ ਨਹੀਂ ਸੀ, ਉਹਨੂੰ ਤਾਂ ਕਦੇ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਸੀ, ਪਰ ਹਾਰਟ ਅਟੈਕ ਹੋ ਗਿਆ। ਅੱਗੇ ਜਦੋਂ ਅਜਿਹੀਆਂ ਖਬਰਾਂ ਜਾਂ ਅਜਿਹੀਆਂ ਨਿਊਜ਼ ਸੁਣੀ ਦੀਆਂ ਸੀਗੀਆਂ ਤਾਂ ਹੁੰਦਾ ਸੀ ਕਿ 65+ ਜਿਹੜੇ ਹੈਗੇ ਹੈ ਜਾਂ ਓਲਡਰ ਜਿਹੜੇ ਲੋਕ ਹੈ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ। ਪਰ ਅੱਜ ਕੱਲ੍ਹ ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ ਵੀ ਜਿਨ੍ਹਾਂ ਲੋਕਾਂ ਦੀ ਇਹੋ ਜਿਹੀ ਖਬਰ ਸੁਣੀ ਦੀ ਹੈ ਉਹਨਾਂ ਦੀ ਉਮਰ 35, 40, 45 ਇਹ ਵਾਲੀ ਬਹੁਤ ਐਤਕੀ ਸੁਣਨ ਨੂੰ ਮਿਲ ਰਹੀਆਂ ਨੇ ਖਬਰਾਂ ਪਿਛਲੇ 2-4 ਸਾਲਾਂ ਦੇ ਵਿੱਚ ਕਿ ਯੰਗ ਲੋਕਾਂ ਨੂੰ ਹਾਰਟ ਅਟੈਕ ਜ਼ਿਆਦਾ ਹੋ ਰਿਹਾ ਜਦੋਂ ਕਿ ਉਹਨਾਂ ਦਾ ਲਾਈਫ ਸਟਾਈਲ ਵੀ ਕਈਆਂ ਦਾ ਹੈਲਦੀ ਹੈਗਾ, ਉਹਨਾਂ ਨੂੰ ਕੋਈ ਹਾਰਟ ਡਿਜ਼ੀਜ਼ ਵੀ ਹੈ ਨਹੀਂ ਸੀ, ਲੇਕਿਨ ਇੱਕਦਮ ਸੁਣੀਦਾ ਵੀ ਉਹ ਬੰਦਾ ਦੀ ਡੈਥ ਹੋ ਗਈ ਹਾਰਟ ਅਟੈਕ ਦੇ ਨਾਲ। ਸੋ ਬੜਾ ਡਰ ਲੱਗਦਾ ਇਹੋ ਜਿਹੀਆਂ ਗੱਲਾਂ ਸੁਣ ਕੇ ਵੀ ਹਾਰਟ ਅਟੈਕ ਕੀ ਕਿਸੇ ਨੂੰ ਕਿਸੇ ਏਜ ਦੇ ਵਿੱਚ ਵੀ ਹੋ ਸਕਦਾ। ਬਹੁਤ ਸਾਰੇ ਇਹਦੇ ਬਾਰੇ ਮਿਥਸ ਵੀ ਹੈਗੀਆਂ ਨੇ। ਅੱਜ ਬਹੁਤ ਸਾਰੀਆਂ ਗੱਲਾਂ ਕਰਾਂਗੇ। ਅੱਜ ਮੇਰੇ ਨਾਲ ਗੁਰਦੇਵ ਕੌਰ ਭੁਰਜੀ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਜਿਹੜੇ ਇੰਟਰਨਲ ਮੈਡੀਸਨ ਸਪੈਸ਼ਲਿਸਟ ਨੇ। ਉਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਨੀ ਹੈ ਖਾਸ ਤੌਰ 'ਤੇ ਹਾਰਟ ਅਟੈਕਸ ਦੇ ਬਾਰੇ ਦੇ ਵਿੱਚ, ਹਾਰਟ ਹੈਲਥ ਦੇ ਬਾਰੇ ਵਿੱਚ ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਕਿਹੜੇ ਸਿੰਪਟਮਸ ਹੈਗੇ ਹੈ, ਪ੍ਰੀਵੈਂਸ਼ਨ ਕੀ ਹੈਗੀ ਹੈ, ਜੇ ਤੁਹਾਨੂੰ ਸਿੰਪਟਮਸ ਹੈਗੇ ਆ ਤੁਹਾਨੂੰ ਕੀ ਚੇਂਜਸ ਆਪਣੀ ਲਾਈਫ ਸਟਾਈਲ ਦੇ ਵਿੱਚ ਕਰਨ ਦੀ ਜ਼ਰੂਰਤ ਹੈਗੀ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਗੁਰਦੇਵ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ, ਥੈਂਕਸ ਫॉर ਹੈਵਿੰਗ ਮੀ। ਥੈਂਕ ਯੂ ਗੁਰਦੇਵ। ਬਹੁਤ ਲੋਕਾਂ ਦੀਆਂ ਇਹੋ ਜਿਹੀਆਂ ਖਬਰਾਂ ਹੁਣ ਸੁਣੀ ਦੀਆਂ ਨੇ, ਹੈ ਨਾ, ਯੰਗ ਲੋਕਾਂ ਨੂੰ ਬਹੁਤ ਹਾਰਟ ਅਟੈਕ ਹੋ ਰਿਹਾ। ਸੋ ਪਹਿਲਾਂ ਤਾਂ ਗੁਰਦੇਵ ਸਾਨੂੰ ਇਹ ਦੱਸੋ ਕਿ ਵਟ ਆਰ ਦਾ ਫਸਟ ਸਾਈਨਸ, ਫਸਟ ਸਾਈਨ ਕੀ ਹੁੰਦੇ ਆ ਜਿਹਦੇ ਲਈ ਲੋਕਾਂ ਨੂੰ ਅਵੇਅਰ ਰਹਿਣਾ ਚਾਹੀਦਾ, ਵਾਚ ਆਊਟ ਕਰਨੇ ਚਾਹੀਦੇ ਆ ਉਹ ਸਾਈਨਸ? ਸੋ ਹਾਰਟ ਅਟੈਕ ਦੇ ਸਿੰਪਟਮਸ ਜਿਹੜੇ ਹੁੰਦੇ ਆ, ਟ੍ਰੈਡੀਸ਼ਨਲੀ ਛਾਤੀ 'ਚ ਭਾਰਾਪਨ ਜਿਹੜਾ ਮਹਿਸੂਸ ਹੁੰਦਾ ਹੈ। ਸੋ ਚੈਸਟ ਹੈਵੀਨੈਸ, ਪ੍ਰੈਸ਼ਰ, ਅਸੀਂ ਬੋਲਦੇ ਲੱਗਦਾ ਕਿ ਕੋਈ ਦੁਬਾਰ ਆਇਆ ਹੈ, ਕੋਈ ਬੈਠਾ ਹੈ ਸਾਡੇ ਛਾਤੀ 'ਚ ਉੱਪਰ। ਕਈ ਵਾਰੀ ਗਲੇ 'ਚ ਜਾਂਦਾ ਹੈ, ਮੋਢਿਆਂ 'ਤੇ ਜਾਂਦਾ, ਬਾਹਾਂ 'ਚ ਜਾਂਦਾ ਹੈ। ਵੀ ਫੀਲ ਇਟ ਇਨ ਦ ਨੈਕ, ਦ ਬੈਕ, ਜੌ 'ਚ ਵੀ ਕਈ ਵਾਰੀ ਮਹਿਸੂਸ ਹੁੰਦਾ ਹੈ। ਟ੍ਰੈਡੀਸ਼ਨਲੀ ਜਦੋਂ ਕੋਈ ਐਕਸਰਸਾਈਜ਼ ਜਾਂ ਚੜ੍ਹਾਈ 'ਤੇ ਜਾਂਦੇ ਹੋ, ਛੇਤੀ ਤੁਰਦੇ ਹੋ ਜਾਂ ਕੁਝ ਭਾਰਾ ਚੁੱਕਦੇ ਹੋ, ਉਹਦੇ ਨਾਲ ਮੈਨੀਫੈਸਟ ਹੁੰਦਾ। ਸੋ ਬਰੌਟ ਔਨ ਬਾਈ ਸਟਰੈਸ ਅਤੇ ਅਲੀਵੀਏਟਿਡ ਬਾਈ ਰੈਸਟ, ਯਾਨੀ ਕਿ ਜਦੋਂ ਉਹ ਭਾਰੀ ਚੀਜ਼ ਤੁਸੀਂ ਰੱਖਦੇ ਹੋ, ਤੁਸੀਂ ਛੇਤੀ ਤੁਰ ਰਹੇ ਹੋ ਮਹਿਸੂਸ ਹੁੰਦਾ ਅਤੇ ਉਹ ਬੰਦ ਕਰਦੇ ਹੋ, ਉਹਦੇ ਨਾਲ ਹਟ ਜਾਂਦਾ ਹੈ। ਸੋ ਉਹ ਟ੍ਰੈਡੀਸ਼ਨਲ ਅਸੀਂ ਐਨਜਾਈਨਾ ਜਾਂ ਕਾਰਡੀਅਕ ਚੈਸਟ ਪੇਨ ਬੋਲਦੇ ਆ। ਦੂਸਰੇ ਸਿੰਪਟਮਸ ਵੀ ਹੁੰਦੇ। ਸੋ ਸਪੈਸੀਫਿਕਲੀ ਜਦੋਂ ਹਾਰਟ ਅਟੈਕ ਹੁੰਦਾ ਹੈ ਕਿ ਲੋਕਾਂ ਨੂੰ ਇਹ ਛਾਤੀ 'ਚ ਦਰਦ ਹੁੰਦੀ ਹੈ, ਜਿੱਥੇ ਜਗ੍ਹਾ 'ਚ ਅਸੀਂ ਮੈਂਸ਼ਨ ਕੀਤਾ, ਨੈਕ, ਸ਼ੋਲਡਰਸ, ਬੈਕ, ਬਾਹਾਂ 'ਚ ਵੀ ਹੁੰਦਾ ਹੈ। ਸਾਹ ਚੜ੍ਹਦਾ ਹੈ, ਕਈ ਲੋਕਾਂ ਨੂੰ ਘਬਰਾਹਟ ਹੁੰਦੀ ਹੈ, ਚੱਕਰ ਆਉਂਦੇ, ਪਸੀਨਾ ਬਹੁਤ ਚੜ੍ਹਦਾ, ਉਲਟੀ ਕਰਨ ਦਾ ਜੀ ਹੁੰਦਾ ਹੈ ਕਿਉਂਕਿ ਬੋਡੀ ਦੀ ਸਿਸਟਮ ਨੂੰ ਸ਼ੌਕ ਹੋ ਰਹੀ ਆ, ਵੋਮਿਟਿੰਗ ਵੀ ਹੋ ਜਾਂਦੀ ਆ।
ਕਈ ਲੋਕਾਂ ਨੂੰ ਬੇਹੋਸ਼ੀ ਹੋ ਜਾਂਦੀ ਆ ਸੋ ਇਹ ਜਿਹੜੀ ਚੈਸਟ ਪੇਨ ਅਸੀਂ ਬੋਲਦੇ ਆ ਯਾਨੀ ਕਿ ਛਾਤੀ 'ਚ ਦਰਦ ਹਾਂ ਉਹ ਤਾਂ ਮੇਨ ਸਿੰਪਟਮ ਹੈਗੀ ਬਟ ਵੈਰੀ ਇੰਪੋਰਟੈਂਟ ਲੇਡੀਜ਼ ਦੇ ਲਈ ਐਂਡ ਡਾਇਬੈਟਿਕਸ ਦੇ ਲਈ ਇਹ ਟਿਪੀਕਲ ਸਿੰਪਟਮਸ ਨਹੀਂ ਆਉਂਦੇ ਹਾਰਟ ਅਟੈਕ ਦੇ ਰਾਈਟ ਸੋ ਇਹ ਦੂਸਰੇ ਸਿੰਪਟਮਸ ਯਾਨੀ ਕਿ ਸਾਹ ਚੜ੍ਹਦਾ ਚੱਕਰ ਪਸੀਨਾ ਘਬਰਾਹਟ ਉਲਟੀ ਕਰਨ ਦਾ ਜੀ ਕਈ ਵਾਰੀ ਐਸਿਡ ਦੇ ਬਾਰੇ ਲੋਕੀ ਵੀ ਗੱਲਬਾਤ ਕਰਦੇ ਸੋ ਇਹ ਅਨਯੂਜੂਅਲ ਯਾਨੀ ਕਿ ਇਹ ਟਿਪੀਕਲ ਸਿੰਪਟਮਸ ਵੀ ਹੁੰਦੇ ਸਪੈਸੀਫਿਕਲੀ ਫੀਮੇਲ ਪੋਪੂਲੇਸ਼ਨ ਅਤੇ ਡਾਇਬੈਟਿਕ ਪੋਪੂਲੇਸ਼ਨ 'ਚ ਵੀ ਅਸੀਂ ਵੇਖਦੇ ਹਾਂ ਜੀ ਗੁਰਦੇਵ ਹੁਣ ਕਈਆਂ ਨੂੰ ਹੁੰਦਾ ਵੀ ਜਦੋਂ ਤੁਸੀਂ ਈਵਨ ਆਫਿਸ ਹੀ ਜਾਂਦੇ ਨੇ ਕਈ ਕਹਿੰਦੇ ਵੀ ਅਸੀਂ ਜਦੋਂ ਪੌੜੀਆਂ ਚੜ੍ਹਦੇ ਹਾਂ ਤਾਂ ਸਾਨੂੰ ਸਾਹ ਚੜ੍ਹ ਜਾਂਦਾ ਹੈ ਨਾ ਘਰ ਦੇ ਵਿੱਚ ਜਦੋਂ ਅਸੀਂ ਪੌੜੀਆਂ ਚੜ੍ਹਦੇ ਹਾਂ ਸਾਹ ਚੜ੍ਹ ਜਾਂਦਾ ਕੀ ਇਹ ਹਾਰਟ ਅਟੈਕ ਜਾਂ ਹਾਰਟ ਡਿਜ਼ੀਜ਼ ਦਾ ਸਾਈਨ ਹੈ ਇਹ ਹਾਰਟ ਡਿਜ਼ੀਜ਼ ਸਿੰਪਟਮਸ ਹੋ ਸਕਦੀ ਰਾਈਟ ਸੋ ਜਦੋਂ ਲੋਕੀ ਬਹੁਤੇ ਸਾਹ ਬਹੁਤ ਚੜ੍ਹਦਾ ਹੈ ਸੋ ਮੈਂ ਪਹਿਲੇ ਚਿਲਵੈਕ 'ਚ ਕੰਮ ਕਰਦੀ ਸੀ ਉੱਥੇ ਗੋਰੇ ਜ਼ਿਆਦਾ ਸੀ ਹੁਣ ਓਬਵੀਅਸਲੀ ਇੱਥੇ ਆ ਕੇ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਦੀ ਸੇਵਾ ਥੋੜ੍ਹਾ ਜਿਹਾ ਜ਼ਿਆਦਾ ਕਰਦੇ ਆ ਬਟ ਕਈ ਵਾਰੀ ਅਸੀਂ ਬੋਲਦੇ ਨਹੀਂ ਚੈਸਟ ਪੇਨ ਕਲਚਰਲੀ ਰਾਈਟ ਅਸੀਂ ਬੋਲਦੇ ਹਾਂ ਸਾਹ ਬਹੁਤ ਚੜ੍ਹਦਾ ਜਦੋਂ ਅਸੀਂ ਤੁਰਦੇ ਸੋ ਇਹ ਸਾਡਾ ਹੈਬਿਟ ਹੈ ਅਸੀਂ ਦਰਦ ਨਹੀਂ ਬੋਲਦੇ ਵੀ ਡੋਂਟ ਨੋਟਿਸ ਹਾਂ ਦਰਦ ਹੋ ਰਹੀ ਹੈ ਪ੍ਰੈਸ਼ਰ ਹੋ ਰਿਹਾ ਹੈ ਪੇਨ ਹੋ ਰਿਹਾ ਅਸੀਂ ਬੋਲਦੇ ਸਾਹ ਬਹੁਤ ਚੜ੍ਹਦੇ ਸੋ ਸਾਹ ਬਹੁਤ ਚੜ੍ਹਦਾ ਜਦੋਂ ਅਸੀਂ ਤੁਰਦੇ ਸੋ ਹਾਂਜੀ ਇਹ ਖੁਦ ਵੀ ਇਹ ਸਿੰਪਟਮ ਬਟ ਸਾਹ ਚੜ੍ਹਦਾ ਜਦੋਂ ਕੋਈ ਫੇਫੜੇ ਦੀ ਇਸ਼ੂ ਵੀ ਹੋ ਸਕਦੀ ਹੈ ਆਜ਼ਮਾ ਹੋ ਸਕਦਾ ਵਜਨ ਜ਼ਿਆਦਾ ਹੈ ਕਈ ਵਾਰੀ ਜਦੋਂ ਜਸਟ ਨੋਰਮਲ ਐਕਸਰਸਾਈਜ਼ ਦੇ ਨਾਲ ਲੋਕੀ ਕਰ ਰਹੇ ਉਹਦੇ ਨਾਲ ਵੀ ਸਾਹ ਚੜ੍ਹਦਾ ਜਦੋਂ ਬੋਡੀ ਨੂੰ ਚੈਲੰਜ ਹੁੰਦੇ ਆ ਜਦੋਂ ਫਿਟਨੈਸ ਲੈਵਲ ਤੁਹਾਡੀ ਠੀਕ ਨਹੀਂ ਹੈਗੀ ਉਹਦੇ ਨਾਲ ਵੀ ਸਾਹ ਚੜ੍ਹਦਾ ਹੈ ਸੋ ਸਾਹ ਚੜ੍ਹਨ ਦੇ ਬਹੁਤ ਸਾਰੇ ਕਾਰਨ ਹੁੰਦੇ ਲੋ ਆਇਰਨ ਰਾਈਟ ਯਾਨੀ ਕਿ ਅਨੀਮੀਆ ਦੀ ਇਸ਼ੂ ਜਿਹੜੀ ਹੈਗੀ ਆ ਸੋ ਅਗਰ ਤੁਹਾਨੂੰ ਕੋਈ ਕੰਸਰਨ ਹੈਗਾ ਇਟਸ ਆਲਵੇਜ਼ ਇੰਪੋਰਟੈਂਟ ਕਿ ਆਪਣੇ ਹੈਲਥ ਕੇਅਰ ਪ੍ਰੋਵਾਈਡਰ ਫੈਮਿਲੀ ਡਾਕਟਰ ਦੇ ਨਾਲ ਗੱਲਬਾਤ ਕਰੋ ਕਿ ਵਾਰੀ ਉਹ ਸਪੈਸ਼ਲਿਸਟ ਦੇ ਰੈਫਰਲ ਵੀ ਭੇਜ ਦਾਂਗੇ ਬਲੱਡ ਵਰਕ ਕਰਨ ਤੋਂ ਬਾਅਦ ਬਟ ਹਾਂਜੀ ਉਹ ਸਿੰਪਟਮ ਹੋ ਸਕਦਾ ਹੈ ਅੱਛਾ ਕਿਸੇ ਨੂੰ ਹਾਰਟ ਅਟੈਕ ਜਦੋਂ ਹੁੰਦਾ ਹੈ ਫਸਟ ਥਿੰਗ ਕੀ ਕਰਨੀ ਚਾਹੀਦੀ ਉਦੋਂ ਜੋ ਤੁਹਾਨੂੰ ਪਤਾ ਹੁੰਦਾ ਵੀ ਹਾਂ ਦਿਸ ਇਜ਼ ਲਾਈਕ ਹਾਰਟ ਅਟੈਕ ਹੋ ਰਿਹਾ ਲਾਈਕ ਪਤਾ ਲੱਗ ਜਾਂਦਾ ਕਈਆਂ ਨੂੰ ਤਾਂ ਹੈ ਨਾ ਕਈਆਂ ਨੂੰ ਤਾਂ ਚਲੋ ਨਹੀਂ ਪਤਾ ਲੱਗ ਜਾਂਦਾ ਦੈਟਸ ਅ ਡਿਫਰੈਂਟ ਇਸ਼ੂ ਪਰ ਫਸਟ ਥਿੰਗ ਕੀ ਕਰਨੀ ਚਾਹੀਦੀ ਹਾਂਜੀ ਸੋ ਐਕਚੁਅਲੀ ਵੈਰੀ ਵੈਰੀ ਗੁੱਡ ਕੁਐਸਚਨ ਸੋ ਅਗਰ ਤੁਹਾਨੂੰ ਲੱਗਦਾ ਕਿ in front of you ਕਿਸੇ ਨੂੰ ਕੋਈ ਹਾਰਟ ਅਟੈਕ ਹੋ ਰਿਹਾ ਹੈ ਮੋਸਟ ਇੰਪੋਰਟੈਂਟ ਥਿੰਗ ਇਜ਼ ਟੂ ਕਾਲ ਫॉर ਹੈਲਪ 911 ਓਕੇ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਹਾਰਟ ਅਟੈਕ ਹੋ ਰਿਹਾ ਹੈ ਸੇਮ ਥਿੰਗ ਕਾਲ ਫॉर ਹੈਲਪ 911 ਇਮੀਡੀਏਟਲੀ ਕਿਉਂਕਿ ਅਗਰ ਹਾਰਟ ਅਟੈਕ ਸੀਰੀਅਸ ਹੁੰਦਾ ਹੈ ਵੈਰੀ ਰੇਅਰ ਹੁੰਦਾ ਕਿ ਹਾਰਟ ਅਟੈਕ ਦੇ ਨਾਲ ਕਾਰਡੀਅਕ ਅਰੈਸਟ ਹੁੰਦਾ ਅਸੀਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਯਾਨੀ ਕਿ ਦਿਲ ਦੀ ਧੜਕਨ ਬਿਲਕੁਲ ਰੁਕਦੀ ਆ ਅਤੇ ਦਿਲ ਦਾ ਪੰਪ ਫੰਕਸ਼ਨ ਠੀਕ ਨਹੀਂ ਕਰਦਾ ਸੋ ਇਟਸ ਨਾਟ ਕਾਮਨ ਪਰ ਅਗਰ ਉਹ ਹੁੰਦਾ ਇਜ਼ ਵੈਰੀ ਇੰਪੋਰਟੈਂਟ ਹੈਲਪ ਹੈਜ਼ ਟੂ ਬੀ ਔਨ ਦ ਵੇ ਜਿਹਦੇ ਨਾਲ ਇੰਟਰਵੈਂਸ਼ਨ ਜਾਂ ਮੈਜਰ ਪੋਸੀਬਲ ਹੈਗੀ ਆ ਨਾਓ ਵੈਰੀ ਇੰਪੋਰਟੈਂਟ ਚੀਜ਼ ਇਫ ਯੂ ਆਰ ਡਰਾਈਵਿੰਗ ਅ ਕਾਰ ਕਿਉਂਕਿ ਸਮ ਪੀਪਲ ਕਈ ਵਾਰੀ ਭੁੱਲ ਜਾਂਦੇ ਅਗਰ ਤੁਸੀਂ ਗੱਡੀ ਚਲਾ ਰਹੇ ਹੋ please pull over and call 911 ਕਈ ਲੋਕੀ they will drive themselves to the emergency department ਜਦੋਂ ਛਾਤੀ 'ਚ ਦਰਦ ਹੋ ਰਹੀ ਹੈ ਹਾਰਟ ਅਟੈਕ ਦੇ ਸਿੰਪਟਮਸ ਹੋ ਰਹੇ ਵੈਰੀ ਡੇਂਜਰਸ ਅਗਰ ਕੁਛ ਹੋ ਗਿਆ ਰੋਡ 'ਚ ਐਕਸੀਡੈਂਟ ਤੁਹਾਡਾ ਹੋਣਾ ਕਿਸੇ ਹੋਰ ਨੂੰ ਵੀ ਨੁਕਸਾਨ ਹੋਣਾ ਹੈ ਸੋ ਆਲਵੇਜ਼ ਇਫ ਯੂ ਫੀਲ ਹਾਂਜੀ ਮੈਨੂੰ ਲੱਗਦਾ ਹਾਰਟ ਅਟੈਕ ਦੇ ਸਿੰਪਟਮਸ ਆ ਰਹੇ pull your car over ਫਿਰ 911 ਨੂੰ ਫੋਨ ਕਰੋ ਗੁਰਦੇਵ ਤੁਸੀਂ ਕਾਰਡੀਅਕ ਅਰੈਸਟ ਦਾ ਜ਼ਿਕਰ ਕੀਤਾ ਸੀ ਸਾਨੂੰ ਸਭ ਤੋਂ ਪਹਿਲਾਂ ਦੱਸੋ ਜੀ ਹਾਰਟ ਅਟੈਕ ਐਂਡ ਕਾਰਡੀਅਕ ਅਰੈਸਟ ਦੋਨਾਂ 'ਚ ਕੀ ਡਿਫਰੈਂਸ ਹੈਗਾ ਹਾਂਜੀ ਸੋ ਵੈਰੀ ਵੈਰੀ ਇੰਪੋਰਟੈਂਟ ਡਿਸਟਿੰਕਸ਼ਨ ਹੈ ਸੋ ਹਾਰਟ ਅਟੈਕ ਜਦੋਂ ਹੁੰਦਾ ਇਹ ਸਰਕੂਲੇਸ਼ਨ ਦੀ ਇਸ਼ੂ ਹੈਗੀ ਆ ਜਦੋਂ ਕਾਰਡੀਅਕ ਅਰੈਸਟ ਹੁੰਦਾ ਹੈ ਇਹ ਪ੍ਰੋਡੋਮੀਨੈਂਟਲੀ ਇਲੈਕਟ੍ਰੀਕਲ ਇਸ਼ੂ ਹੁੰਦੀ ਹੈ ਦਿਲ ਦੀ ਓਕੇ ਸੋ ਇਹਦਾ ਮਤਲਬ ਕੀ ਆ ਸੋ ਜਦੋਂ ਅਸੀਂ ਹਾਰਟ ਅਟੈਕ ਬੋਲਦੇ ਆ ਇਹਦੇ ਕਾਰਨ ਬਹੁਤ ਸਾਰੇ ਹੈਗੇ ਬਟ ਕਾਮਨਲੀ ਇਹ ਪਲੈਕ ਰਪਚਰ ਹੁੰਦਾ ਹੈ ਓਕੇ ਸੋ ਦਿਲ ਦੀ ਨਾੜੀ 'ਚ ਇੱਕ ਬੇਸਿਕਲੀ ਇੱਕ ਫਿੰਸੀ ਹੁੰਦੀ ਹੈ ਪਿੰਪਲ ਨਾੜੀ 'ਚ ਅੰਦਰ ਹੁੰਦੀ ਹੈ ਇਹ ਕੋਲੈਸਟਰੋਲ ਅਤੇ ਇਨਫਲੈਮੇਟਰੀ ਸੈਲਸ ਦੇ ਨਾਲ ਬਣੀ ਹੋਈ ਪਈ ਹੈ ਜਦੋਂ ਇਹ ਫਿੰਸੀ ਬੇਸਿਕਲੀ ਫਟ ਜਾਂਦੀ ਸਾਰੀ ਜਿਹੜੀ ਇਨਫਲੈਮੇਟਰੀ ਚੀਜ਼ ਹੈਗੀ ਨਾੜੀ 'ਚ ਅੰਦਰ ਜਾਂਦੀ ਹੈ ਐਂਡ ਬੋਡੀ ਸੇਜ਼ ਆਈ ਡੋਂਟ ਵਾਂਟ ਦਿਸ ਟੂ ਸਪਰੈਡ ਸੋ ਬਲੱਡ ਕਲੌਟ ਬਣਾਉਂਦੀ ਆ ਬਲੱਡ ਕਲੌਟ ਜਦੋਂ ਦਿਲ ਦੀ ਨਾੜੀ 'ਚ ਹੁੰਦਾ ਹੈ ਦਿਲ ਦੇ ਮਸਲ ਨੂੰ ਬਲੱਡ ਸਪਲਾਈ ਨਹੀਂ ਮਿਲਦਾ ਉਹਦੇ ਨਾਲ ਚੈਸਟ ਪੇਨ ਹੋ ਜਾਂਦੀ ਰਾਈਟ ਅਗਰ ਬਾਂਹ ਨੂੰ ਕੋਈ ਬਲੱਡ ਸਪਲਾਈ ਨਹੀਂ ਮਿਲਦੀ ਬਾਂਹ ਦੀ ਦਰਦ ਹੁੰਦੀ ਹੈ ਸੇਮ ਥਿੰਗ ਦਿਲ 'ਚ ਹੁੰਦਾ ਹੈ ਸੋ ਇਹ ਸਰਕੂਲੇਸ਼ਨ ਦੀ ਇਸ਼ੂ ਹੁੰਦੀ ਜਦੋਂ ਅਸੀਂ ਕੋਟ ਔਨ ਕੋਟ ਹਾਰਟ ਅਟੈਕ ਦੇ ਬਾਰੇ ਗੱਲਬਾਤ ਕਰਦੇ ਸੋ ਕਾਰਡੀਅਕ ਅਰੈਸਟ ਹੁੰਦਾ ਹੈ ਜਦੋਂ ਸਡਨ ਇਵੈਂਟ ਹੁੰਦੀ ਆ ਅਤੇ ਬਿਲਕੁਲ ਦਿਲ ਦੀ ਧੜਕਨ ਰੁਕਦੀ ਆ ਓਕੇ ਇਹ ਪ੍ਰੋਡੋਮੀਨੈਂਟਲੀ ਇਲੈਕਟ੍ਰੀਕਲ ਇਸ਼ੂ ਹੁੰਦੀ ਹੈ ਹਾਰਟ ਅਟੈਕ ਦੇ ਨਾਲ ਕਾਰਡੀਅਕ ਅਰੈਸਟ ਯਾਨੀ ਕਿ ਦਿਲ ਰੁਕਦਾ ਹੈ ਪ੍ਰੋਬੇਬਲੀ ਅਰਾਊਂਡ 5 to 10% ਆਫ ਦ ਟਾਈਮ ਸੋ ਹਾਰਟ ਅਟੈਕ ਇਜ਼ ਐਕਚੁਅਲੀ ਨਾਟ ਦ ਮੋਸਟ ਕਾਮਨ ਕਾਜ਼ ਆਫ ਕਾਰਡੀਅਕ ਅਰੈਸਟ ਜਦੋਂ ਦਿਲ ਬੇਸਿਕਲੀ ਰੁਕਦਾ ਹੈ ਬਹੁਤ ਸਾਰੇ ਦੂਸਰੇ ਕਾਰਨ ਵੀ ਹੋ ਸਕਦੇ ਕਈ ਵਾਰੀ ਜਦੋਂ ਇਨਫੈਕਸ਼ਨ ਹੁੰਦੀ ਆ ਬਲੀਡਿੰਗ ਹੁੰਦੀ ਆ ਬਲੱਡ ਪ੍ਰੈਸ਼ਰ ਜ਼ਿਆਦਾ ਲੋ ਹੋ ਜਾਂਦਾ ਇਲੈਕਟ੍ਰੋਲਾਈਟਸ ਯਾਨੀ ਕਿ ਪੋਟਾਸੀਅਮ ਦੇ ਇਸ਼ੂ ਹੁੰਦੇ ਆ ਜ਼ਿਆਦਾ ਹਾਈ ਜ਼ਿਆਦਾ ਲੋ ਹੁੰਦੇ ਸ਼ੂਗਰ ਦੀ ਇਸ਼ੂ ਹਾਈਪੋਥਰਮੀਆ ਜਿਹੜੇ ਲੋਕੀ ਬਾਹਰ ਹੈਗੇ ਆ ਉਹਨਾਂ ਨੂੰ ਕੋਲਡ ਐਕਸਪੋਜ਼ਰ ਹੁੰਦਾ ਹੈ ਅਗਰ ਬੈਡ ਫੇਫੜੇ ਦੀ ਨਮੋਨੀਆ ਹੁੰਦੀ ਹੈ ਬਲੱਡ ਕਲੌਟ ਸਾਡੇ ਫੇਫੜੇ ਦੇ ਨਾੜੀ 'ਚ ਜਾਂਦਾ ਹੈ ਪਲਮਨਰੀ ਐਂਬੋਲਿਜ਼ਮ ਸੋ ਦਿਲ ਦੀ ਸਿਰਫ ਇਸ਼ੂ ਦੇ ਨਾਲ ਕਾਰਡੀਅਕ ਅਰੈਸਟ ਨਹੀਂ ਹੁੰਦੀ ਦੂਸਰੇ ਕਾਰਨ ਵੀ ਹੁੰਦੇ ਦਿਲ ਦੇ ਕਾਰਨ ਹੋ ਸਕਦੇ ਬਟ ਐਕਚੁਅਲੀ ਇਟਸ ਨਾਟ ਦ ਮੋਸਟ ਕਾਮਨ ਕਾਜ਼ ਸੋ ਕਾਰਡੀਅਕ ਅਰੈਸਟ ਜਦੋਂ ਹੁੰਦਾ ਉਦੋਂ ਹੈ ਕਿ ਦਿਲ ਬਿਲਕੁਲ ਬੰਦ ਹੋ ਜਾਂਦਾ ਸਡਨ ਸੋ ਇਟਸ ਅ ਸਡਨ ਇਵੈਂਟ
ਤੇ ਯੂਜੂਅਲੀ ਦਿਲ ਦੀ ਇਲੈਕਟ੍ਰੀਕਲ ਇਸ਼ੂ ਹੈ ਤੇ ਦਿਲ ਬੇਸਿਕਲੀ ਬੰਦ ਹੋ ਜਾਂਦਾ ਹੈ। ਜਦੋਂ ਦਿਲ ਬੰਦ ਹੁੰਦਾ ਹੈ organs ਨੂੰ ਬਲੱਡ ਸਪਲਾਈ ਨਹੀਂ ਮਿਲਦਾ, ਸਪੈਸੀਫਿਕਲੀ ਬ੍ਰੇਨ ਇਜ਼ ਦ ਮੋਸਟ ਇੰਪੋਰਟੈਂਟ ਆਰਗੈਨਿਜ਼ਮ। ਸੋ ਆਲਮੋਸਟ ਇਮੀਡੀਏਟਲੀ ਜਦੋਂ ਬ੍ਰੇਨ ਨੂੰ ਆਕਸੀਜਨ ਤੇ ਗਲੂਕੋਜ਼ ਨਹੀਂ ਮਿਲਦੀ, ਵੀ ਸਟਾਰਟ ਟੂ ਸੀ ਬ੍ਰੇਨ ਦੀ ਸੈੱਲ ਦੀ ਡੈਥ ਹੁੰਦੀ। ਅਰਾਊਂਡ 4 to 6 minutes ਬਾਅਦ ਜਦੋਂ ਦਿਲ ਦੀ ਧੜਕਣ ਰੁਕਦੀ, ਯੂ ਗੈਟ ਇਰੀਵਰਸਿਬਲ ਬ੍ਰੇਨ ਡੈਮੇਜ, ਯਾਨੀ ਕਿ ਪਰਮਾਨੈਂਟ ਬ੍ਰੇਨ ਡੈਮੇਜ। ਸੋ 4 to 6 minutes, ਸੋ ਵੈਰੀ ਵੈਰੀ ਕੁਇਕਲੀ। ਪਰ ਇਹਦਾ ਕੀ ਰੀਜ਼ਨ ਹੁੰਦਾ ਕਾਰਡੀਅਕ ਅਰੈਸਟ ਦਾ? ਹਾਂਜੀ, ਸੋ ਜਿਸ ਤਰ੍ਹਾਂ ਮੈਂ ਦੱਸ ਰਹੀ ਸੀ, ਸੋ ਕਈ ਵਾਰੀ ਹਾਰਟ ਅਟੈਕ ਦੇ ਨਾਲ ਹੁੰਦਾ, ਬਟ ਅਗੇਨ ਨਾਟ ਕਾਮਨ, 5 to 10% ਆਫ ਕਾਜ਼। ਕਈ ਵਾਰੀ ਜਦੋਂ ਬਲੱਡ ਕਲੌਟ ਫੇਫੜੇ 'ਚ ਬਣ ਜਾਂਦਾ ਆ, ਇਨਫੈਕਸ਼ਨ ਹੁੰਦੀ ਹੈ ਬੋਡੀ 'ਚ, ਸੋ ਬੋਡੀ 'ਚ ਹੋਰ ਕੋਈ ਚੀਜ਼ ਹੋ ਰਹੀ ਆ ਜਿਹਦੇ ਨਾਲ ਸਟ੍ਰੈਸ ਹੋ ਗਿਆ ਤੇ ਦਿਲ ਦੀ ਧੜਕਨ ਬਿਲਕੁਲ ਰੁਕ ਗਈ। ਸੋ ਦੈਟਸ ਵਾਟ ਕਾਰਡੀਅਕ ਅਰੈਸਟ ਇਜ਼। ਹਾਰਟ ਅਟੈਕ can cause that, right? ਉਹ ਇੱਕ basically reason ਹੋ ਸਕਦਾ ਹੈ, but it's actually not the most common. ਦੂਸਰੇ ਵੀ ਬਹੁਤ reason ਹੋ ਸਕਦੇ cardiac arrest ਦੇ। ਜੀ, ਆਪਾਂ ਗੱਲ ਕਰ ਰਹੇ ਸੀ ਵੀ ਜਦੋਂ ਹਾਰਟ ਅਟੈਕ ਹੁੰਦਾ ਕਿਸੇ ਨੂੰ ਜਾਂ ਕਿਸੇ ਦੇ ਨਾਲ ਕੋਈ ਹੈਗਾ ਉਹਨੂੰ ਹੋ ਰਿਹਾ, ਤੁਸੀਂ ਕਿਹਾ ਸੀ 911 ਕਾਲ ਕਰੋ। ਜਿੰਨਾ ਚਿਰ 911 ਕਾਲ ਕਰਨੀ ਹੈ, ਐਂਬੂਲੈਂਸ ਆਉਂਦੀ ਹੈ, ਕਿ ਉਸ ਬੰਦੇ ਨੂੰ ਐਸਪਰੀਨ ਜਿਹੜੀ ਦੇ ਦਿੰਦੇ ਹੈਗੇ ਉਹ ਕਿੰਨੀ ਕੁ ਇੰਪੋਰਟੈਂਟ ਹੈਗੀ? ਸੋ ਯੂ ਨੋ ਵੀ ਆਲਵੇਜ਼ ਸੇ 911 ਫੋਨ ਕਰ ਲਓ, ਕਿਉਂਕਿ ਦੇ ਵਿਲ ਸੇ ਦ ਸੇਮ ਥਿੰਗ। ਅਗਰ ਤੁਹਾਨੂੰ ਚੈਸਟ ਪੇਨ ਹੋ ਰਹੀ, ਦੇ ਰੈਕਮੈਂਡ ਐਸਪਰੀਨ। ਸੋ ਅਗਰ ਤੁਹਾਨੂੰ ਕੋਈ ਐਸਪਰੀਨ ਦੀ ਐਲਰਜੀ ਨਹੀਂ ਹੈਗੀ, ਦੈਨ ਵੀ ਸੇ ਹਾਂਜੀ ਤੁਸੀਂ 2 ਬੇਬੀ ਐਸਪਰੀਨ ਜਿਹੜੇ ਹੈਗੇ 81 mg ਦੇ ਚੂ ਕਰ ਸਕਦੇ ਹੋ। ਓਕੇ, ਸੋ ਯੂ ਚੂ ਦਮ, ਸੋ ਫਾਸਟਰ ਅਬਜ਼ੋਰਪਸ਼ਨ ਹੁੰਦੀ। ਜਾਂ ਅਗਰ ਇੱਕ 325 ਮਿਲੀਗ੍ਰਾਮ ਦਾ ਟੈਬਲੇਟ ਵੀ ਹੁੰਦਾ ਹੈ, ਉਹ ਵੀ ਤੁਸੀਂ ਚੂ ਕਰ ਸਕਦੇ ਹੋ, ਕਿਉਂਕਿ ਐਸਪਰੀਨ 2 ਸਟਰੈਂਥਸ 'ਚ ਮਿਲਦੀ ਹੈ। 81 'ਚ ਮਿਲਦੀ ਹੈ ਜਿਹੜੀ ਐਂਟੇਰਿਕ ਕੋਟਡ ਹੈ, ਯਾਨੀ ਕਿ ਪੇਟ ਦੀ ਪ੍ਰੋਟੈਕਸ਼ਨ ਦੇ ਲਈ ਈਜ਼ੀਅਰ ਐਕਸੈਸ ਦੇ ਲਈ ਉਹ ਮਿਲ ਜਾਂਦੀ ਹੈ। ਅਤੇ ਦੂਸਰੀ ਜਿਹੜੀ ਹੈਗੀ 325 ਦੀ ਹੁੰਦੀ ਆ, ਉਹ ਜਿਹੜੀ ਡਰੱਗ ਸਟੋਰ 'ਚ ਮਿਲ ਜਾਂਦੀ, ਉਹ ਵਾਈਟ ਹੁੰਦੀ ਹੈ ਜਿਹੜੀ ਸਰਕੂਲਰ। ਸੋ ਯੂ ਕੈਨ ਈਦਰ ਚੂ 1 325 ਐਸਪਰੀਨ ਔਰ ਜਿਹੜੇ 2 ਬੇਬੀ ਐਸਪਰੀਨ ਯਾਨੀ ਕਿ 81 mg ਚੂ ਕਰ ਲਓ। So as long as ਤੁਹਾਡੀ ਕੋਈ ਐਲਰਜੀ ਨਹੀਂ ਹੈਗੀ, and if you call 911, ਇਹ ਸੇਮ ਥਿੰਗ ਰეკਮੈਂਡ ਕਰਦੇ, they will tell you to chew। ਕੀ ਹੁੰਦਾ ਜੀ ਐਸਪਰੀਨ ਚੂ? ਹਾਂ, ਸੋ ਯਾਦ ਹੈ ਜਦੋਂ ਅਸੀਂ ਬੋਲਿਆ ਸੀ ਕਿ ਹਾਰਟ ਅਟੈਕ ਦਾ ਮੈਕੈਨਿਜ਼ਮ ਕੀ ਹੁੰਦਾ ਹੈ? ਸੋ ਦਿਲ ਦੀ ਨਾੜੀ 'ਚ ਇੱਕ ਪਲੈਕ ਦਾ ਰਪਚਰ ਹੁੰਦਾ ਹੈ, ਉਹਦੇ ਨਾਲ ਬਲੱਡ ਕਲੌਟ ਬਣਦਾ ਹੈ। ਯੈਸ। ਸੋ ਐਸਪਰੀਨ ਦੇ ਨਾਲ, ਐਸਪਰੀਨ ਇੱਕ ਐਂਟੀ ਪਲੇਟਲੇਟ ਹੁੰਦੀ ਆ, ਉਹ ਬਲੱਡ ਕਲੌਟ ਦੇ ਉੱਤੇ ਅਸਰ ਕਰਦੀ ਆ। ਓਕੇ, ਸੋ ਜਦੋਂ ਤੁਸੀਂ ਹਸਪੀਟਲ 'ਚ ਆਉਂਦੇ, ਐਕਚੁਅਲੀ ਅਸੀਂ ਤੁਹਾਨੂੰ ਹਾਰਟ ਅਟੈਕ ਦੀ ਟ੍ਰੀਟਮੈਂਟ ਜਿਹੜੀ ਹੈਗੀ ਬਲੱਡ ਥਿਨਰ ਹੁੰਦੇ ਤੇ ਐਂਟੀ ਪਲੇਟਲੇਟ ਹੁੰਦੇ, ਉਹ ਬਲੱਡ ਥਿਨਰ ਇੰਜੈਕਸ਼ਨ ਅਸੀਂ ਦਿੰਦੇ, ਐਸਪਰੀਨ ਦਿੰਦੇ, ਐਂਡ ਇੱਕ ਵੈਰੀ ਸਟਰੋਂਗ ਦੂਸਰਾ ਐਂਟੀ ਪਲੇਟਲੇਟ ਵੀ ਦਿੰਦੇ, ਯੂਜੂਅਲੀ ਕਲੋਪਿਰਿਡੋਲ ਜਾਂ ਅਸੀਂ ਟਿਕੈਗਲੋਰ ਦਿੰਦੇ। ਸੋ ਟ੍ਰੀਟਮੈਂਟ ਕੀ ਹੁੰਦਾ ਹੈ? ਐਸਪਰੀਨ ਦੇ ਨਾਲ ਬਲੱਡ ਥੋੜ੍ਹਾ ਜਿਹਾ ਪਤਲਾ ਹੋ ਜਾਂਦਾ ਹੈ, ਕਲੌਟ ਦੀ ਡਿਜ਼ੋਲਵਿੰਗ ਹੋ ਜਾਂਦੀ ਹੈ। ਓਕੇ, ਇਸੇ ਕਰਕੇ ਲੋਕ ਜਿਨ੍ਹਾਂ ਨੂੰ ਹਾਰਟ ਡਿਜ਼ੀਜ਼ ਹੁੰਦੀ ਹੈ ਉਹ ਬਲੱਡ ਥਿਨਿੰਗ ਜਿਹੜੀਆਂ ਮੈਡੀਸਿਨਸ ਹੈਗੀਆਂ ਯੂਜੂਅਲੀ ਉਹ ਰეკਮੈਂਡ ਕਰਦੇ ਆ। ਕਿਸੇ ਨੂੰ ਹਾਰਟ ਅਟੈਕ ਹੋਇਆ ਜਾਂ ਬਾਈਪਾਸ ਸਰਜਰੀ, ਯੂਜੂਅਲੀ ਹਾਂਜੀ ਉਹ ਐਸਪਰੀਨ ਜਾਂ ਦੂਸਰਾ ਐਂਟੀ ਪਲੇਟਲੇਟ ਖਾਂਦੇ ਆ ਫॉर ਲਾਈਫ। ਜੀ, CPR ਕਿੰਨੀ ਕੁ ਹੈਲਪਫੁਲ ਹੈਗੀ ਹੈ ਜੀ ਹਾਰਟ ਅਟੈਕ ਸਿਚੁਏਸ਼ਨ ਦੇ ਵਿੱਚ, ਤੇ ਕੀ ਇਹ ਦੇਣੀ ਚਾਹੀਦੀ ਹੈ ਜਿੰਨਾ ਚਿਰ ਐਂਬੂਲੈਂਸ ਆਉਂਦੀ ਹੈ? ਹਾਂਜੀ, ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਸੋ ਹਾਰਟ ਅਟੈਕ ਦਾ ਡਿਫਰੈਂਸ ਤੇ ਕਾਰਡੀਅਕ ਅਰੈਸਟ ਦਾ ਡਿਫਰੈਂਸ। ਓਕੇ, ਸੋ ਜਦੋਂ ਹਾਰਟ ਅਟੈਕ ਹੁੰਦਾ ਹੈ, ਅਗਰ ਯੂ ਨੋ ਕੋਈ ਬੰਦਾ ਹੋਸ਼ 'ਚ ਹੈਗਾ, ਦੇਰ ਟਾਕਿੰਗ, ਦੇਰ ਸਪੀਕਿੰਗ, ਦੇ ਡੋਂਟ ਨੀਡ CPR, ਉਹਨਾਂ ਦੇ ਉੱਪਰ CPR ਨਹੀਂ ਕਰਨਾ ਚਾਹੀਦਾ। ਪਰ ਇਫ ਸਮਨ ਹੈਜ਼ ਹੈਡ ਅ ਕਾਰਡੀਅਕ ਅਰੈਸਟ, ਸੋ ਲੈਟਸ ਸੀ ਤੁਸੀਂ ਕਿਹਦੇ ਨਾਲ ਬੈਠੇ ਹੋ, ਕੋਈ ਬੋਲ ਰਿਹਾ ਮੈਨੂੰ ਛਾਤੀ 'ਚ ਦਰਦ ਹੁੰਦੀ, ਆਈ ਡੋਂਟ ਫੀਲ ਗੁੱਡ, ਐਂਡ ਯੂ ਸੀ ਦਮ ਕਿ ਉਹ ਸਡਨਲੀ ਅਨਰਿਸਪੋਂਸਿਵ ਹੁੰਦੇ ਆ। ਓਕੇ, ਸੋ ਟੋਟਲੀ ਅਨਰਿਸਪੋਂਸਿਵ ਕਲੈਪਸ ਹੋ ਜਾਂਦੇ ਆ। ਕਈ ਵਾਰੀ ਅਸੀਂ ਐਗਨਲ ਬਰੀਥਿੰਗ ਵੀ ਦੇਖਦੇ ਹਾਂ ਮੈਡੀਸਿਨ 'ਚ, ਯਾਨੀ ਕਿ ਸੋ ਸਾਹ ਇਸ ਤਰ੍ਹਾਂ ਹੋ ਰਿਹਾ ਪਰ ਰਿਸਪੋਂਸਿਵ ਨਹੀਂ ਹੈਗੇ ਆ। ਦੋਜ਼ ਆਰ ਦ ਪੀਪਲ ਹੂ ਬੈਨੀਫਿਟ ਦ ਮੋਸਟ ਫਰਮ CPR। ਸੋ ਇਮੀਡੀਏਟਲੀ CPR ਸ਼ੁਰੂ ਕਰਨੀ ਚਾਹੀਦੀ ਹੈ। ਅਤੇ CPR ਹੁੰਦੀ ਕੀ ਹੈ? ਸੋ CPR ਹੁੰਦੀ ਕਾਰਡੀਓ ਪਲਮਨਰੀ ਰਿਸੈਸੀਟੇਸ਼ਨ। ਓਕੇ, ਸੋ ਯਾਦ ਹੈ ਅਸੀਂ ਗੱਲਬਾਤ ਕੀਤਾ ਸੀ ਕਿ ਕਾਰਡੀਅਕ ਅਰੈਸਟ ਜਦੋਂ ਹੁੰਦਾ ਹੈ ਬ੍ਰੇਨ 'ਚ ਅਸਰ ਹੁੰਦਾ ਹੈ। ਦੈਟ ਇਜ਼ ਰੀਅਲੀ ਦ ਔਰਗਨ ਦੀ ਜਿਹੜੀ ਅਸੀਂ ਪ੍ਰੋਟੈਕਸ਼ਨ ਦੇ ਬਾਰੇ ਗੱਲਬਾਤ ਕਰ ਰਹੇ, ਨੰਬਰ 1 ਇੰਪੋਰਟੈਂਟ ਚੀਜ਼ ਆ। ਸੋ ਵਿਦਿਨ 4 to 6 minutes ਅਗਰ ਬ੍ਰੇਨ ਨੂੰ ਆਕਸੀਜਨ ਦੀ ਸ਼ੂਗਰ ਨਹੀਂ ਮਿਲਦੀ, ਇਰਰਿਵਰਸਿਬਲ ਸੈੱਲ ਦੀ ਡੈਥ ਹੁੰਦੀ ਹੈ, ਰਾਈਟ। ਸੋ CPR ਦਾ ਹੋਲ ਪ੍ਰੈਮਿਸ ਜਿਹੜਾ ਹੈਗਾ ਹੈ, ਅਸੀਂ ਬ੍ਰੇਨ ਨੂੰ ਬਲੱਡ ਫਲੋ ਤੇ ਆਕਸੀਜਨ ਦੇਣਾ ਚਾਹੁੰਦੇ, ਇਸ ਲਈ ਅਸੀਂ ਦਿੰਦੇ। ਸੋ CPR ਕੀ ਹੁੰਦੀ ਹੈ? ਅਸੀਂ ਛਾਤੀ 'ਚ ਉੱਪਰ ਦਬਾਉਂਦੇ, ਹੱਥਾਂ ਦੇ ਨਾਲ ਪ੍ਰੈਸ਼ਰ ਦਿੰਦੇ ਆ ਇਨ ਅ ਰਿਦਮਿਕ ਮੋਸ਼ਨ, ਐਂਡ ਉਹਦੇ ਨਾਲ ਬਲੱਡ ਦਾ ਵੋਲਿਊਮ ਸਰਕੂਲੇਟ ਹੁੰਦਾ ਹੈ। ਕਈ ਵਾਰੀ ਅਸੀਂ ਆਕਸੀਜਨ ਵੀ ਮੂੰਹ ਤੋਂ ਦਿੰਦੇ ਆ, ਜਿਹੜੀ ਬ੍ਰੈਥਸ ਹੈਗੇ ਆ, ਐਂਡ ਦੈਨ ਉਹਦੇ ਨਾਲ ਜਦੋਂ ਤੱਕ ਐਂਬੂਲੈਂਸ ਆਉਂਦੀ ਆ, ਐਡਵਾਂਸਡ ਲਾਈਫ ਸਪੋਰਟ ਕਰੂ ਜਿਹੜੇ ਹੈਗੇ ਆ, ਫਿਰ ਕਈ ਵਾਰੀ ਉਹਨਾਂ ਨੂੰ ਸ਼ੌਕ ਵੀ ਦੇ ਸਕਦੇ ਆ। ਬਟ ਵੈਰੀ ਇੰਪੋਰਟੈਂਟ, ਸੋ ਅਗਰ ਹਾਰਟ ਅਟੈਕ ਹੁੰਦਾ ਹੈ, ਯੂ ਨੋ ਕੋਈ ਗੱਲਬਾਤ ਕਰ ਰਿਹਾ ਹੈ ਡਿਫਰੈਂਟ, ਪਰ ਅਗਰ ਸਡਨਲੀ ਕੋਈ ਅਨਰਿਸਪੋਂਸਿਵ ਹੁੰਦਾ, ਕਾਰਡੀਅਕ ਅਰੈਸਟ ਜਿਹੜੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ, ਵੈਰੀ ਇੰਪੋਰਟੈਂਟ ਟੂ ਸਟਾਰਟ CPR ਇਮੀਡੀਏਟਲੀ, ਐਂਡ ਇਟ ਮੇਕਸ ਅ ਡਿਫਰੈਂਸ। ਅਗਰ CPR ਗੁੱਡ ਕੁਆਲਿਟੀ ਇਮੀਡੀਏਟਲੀ ਮਿਲਦੀ ਹੈ,
ਆ ਉਹਨਾਂ ਦੀ ਰਿਕਵਰੀ ਵਧੀਆ ਹੁੰਦੀ ਆ। ਜੀ 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 ਬਹੁਤ ਸਾਰੇ ਯੰਗ ਲੋਕਾਂ ਨੂੰ ਹਾਰਟ ਅਟੈਕ ਹੋ ਰਿਹਾ। ਪਹਿਲਾਂ ਇੰਨੀ ਜ਼ਿਆਦਾ ਨਹੀਂ ਸੁਣੀਦਾ ਸੀ, ਪਹਿਲਾਂ ਹੁੰਦਾ ਸੀ ਵੀ 65 ਔਰ 올ਡਰ ਇਹਨਾਂ ਲੋਕਾਂ ਨੂੰ ਹਾਰਟ ਅਟੈਕ ਹੁੰਦਾ, ਲੇਕਿਨ ਹੁਣ ਤਾਂ 35 40 45 ਮੈਨੂੰ ਲੱਗਦਾ ਹਰ ਦੂਜੇ ਜਾਂ ਤੀਜੇ ਦਿਨ ਇੱਕ ਨਾ ਇੱਕ ਅਜਿਹੀ ਨਿਊਜ਼ ਸੁਣ ਲਈਦੀ ਹੈ। ਇਹਦਾ ਕੀ ਰੀਜ਼ਨ ਹੈ ਜੀ? ਹਾਂਜੀ, no, so very good question, and also more research is needed, but definitely ਮੈਂ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਸੀ 5 ਸਾਲ ਪਹਿਲੇ almost, it was not common ਕਿ ਅਸੀਂ ਸੁਣ ਰਹੇ ਸੀ ਕਿ ਪ੍ਰੀਮੈਚੁਰ ਹਾਰਟ ਡਿਜ਼ੀਜ਼ ਹੁੰਦੀ ਸੀ, ਯਾਨੀ ਕਿ ਹਾਰਟ ਅਟੈਕ 45 ਤੋਂ ਘੱਟ ਹੁੰਦਾ ਹੈ। obviously ਸਾਡੇ ਜੈਨੇਟਿਕ ਰਿਸਕ ਫੈਕਟਰ ਤਾਂ ਹੈਗੇ ਆ ਸਾਊਥ ਏਸ਼ੀਅਨਸ, ਰਾਈਟ? ਸੋ ਅਸੀਂ ਇਨਸੂਲਿਨ ਰੈਜ਼ਿਸਟੈਂਟ ਹੁੰਦੇ ਜਦੋਂ ਅਸੀਂ ਪੈਦਾ ਹੁੰਦੇ ਆ, ਸੋ ਡਾਇਬੀਟੀਜ਼ ਡਿਵੈਲਪ ਕਰਨ ਦਾ ਰਿਸਕ ਜ਼ਿਆਦਾ ਹੈ। obviously ਜੈਨੇਟਿਕ ਦੀ ਕੋਲੈਸਟਰੋਲ ਇਸ਼ੂ ਵੀ ਹੁੰਦੀ ਆ, ਹਾਈ ਬਲੱਡ ਪ੍ਰੈਸ਼ਰ ਵੀ ਛੇਤੀ ਹੋ ਜਾਂਦਾ ਹੈ। ਬਟ ਦੇਰ ਆਰ ਲੋਟਸ ਆਫ ਡਿਫਰੈਂਟ ਰੀਜ਼ਨਸ, ਸਪੈਸ਼ਲੀ ਆਈ ਥਿੰਕ ਪੈਂਡੈਮਿਕ ਤੋਂ ਬਾਅਦ ਵੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਥੋੜ੍ਹੀ ਜਿਹੀ ਸ਼ਿਫਟ ਹੋ ਗਈ ਆ। ਸੋ ਯੰਗ ਲੋਕਾਂ 'ਚ ਸਟਿਲ ਅਰਾਊਂਡ 60 to 65% ਜਿਹੜੇ ਹਾਰਟ ਅਟੈਕਸ ਹੋ ਰਹੇ ਆ, ਔਰ ਬਿਕਾਜ਼ ਆਫ ਇਹ ਜਿਹੜਾ ਪਲੈਕ ਦਾ ਰਪਚਰ ਹੁੰਦਾ ਨਾੜੀ 'ਚ, ਜਿਹੜੇ ਅਸੀਂ ਗੱਲਬਾਤ ਕੀਤੀ ਆ। ਓਕੇ, ਸੋ ਉਹ ਅਸੀਂ ਵੇਖ ਰਹੇ ਕਿ ਯੰਗਰ ਰੇਟਸ ਆਫ ਓਬੀਸਿਟੀ ਅਸੀਂ ਵੇਖ ਰਹੇ, ਯਾਨੀ ਕਿ ਵਜਨ ਜ਼ਿਆਦਾ ਆ, ਲੋਕੀ ਐਕਸਰਸਾਈਜ਼ ਘੱਟ ਕਰ ਰਹੇ, ਸਟ੍ਰੈਸ ਜ਼ਿਆਦਾ ਹੈਗਾ ਆ, ਹਾਈ ਬਲੱਡ ਪ੍ਰੈਸ਼ਰ ਐਕਚੁਅਲੀ ਮੈਂ ਜ਼ਿਆਦਾ ਵੇਖ ਰਹੀ ਹਾਂ, ਕੋਲੈਸਟਰੋਲ ਦੇ ਇਸ਼ੂ ਅਤੇ ਸ਼ੂਗਰ ਦੇ ਇਸ਼ੂ ਇਨ ਅ ਯੰਗ ਏਜ। ਸਪੈਸੀਫਿਕਲੀ ਮੇਰੇ ਆਫਿਸ 'ਚ ਸਾਊਥ ਏਸ਼ੀਅਨ ਮੈਨ ਜਿਹੜੇ ਹੈਗੇ ਆ, ਆਈ ਐਮ ਨੋਟਿਸਿੰਗ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਡਾਇਗਨੋਸਿਸ ਐਕਚੁਅਲੀ 30s 'ਚ ਹੋ ਰਹੀ ਹੁਣ, ਕੋਲੈਸਟਰੋਲ ਅਤੇ ਸ਼ੂਗਰ ਦੇ ਇਸ਼ੂਜ਼, ਰਾਈਟ? ਸੋ ਇਹ ਜਿਹੜੇ ਟ੍ਰੈਡੀਸ਼ਨਲ ਹਾਰਟ ਡਿਜ਼ੀਜ਼ ਦੇ ਰਿਸਕ ਫੈਕਟਰਸ ਹੈਗੇ, ਬਲੱਡ ਪ੍ਰੈਸ਼ਰ, ਕੋਲੈਸਟਰੋਲ, ਸ਼ੂਗਰ, ਓਵਰਵੇਟ, ਐਕਸਰਸਾਈਜ਼ ਨਹੀਂ ਕਰ ਰਹੇ, ਸਟ੍ਰੈਸ, ਇਹ ਅਸੀਂ ਅਰਲੀ ਉਮਰ 'ਚ ਵੀ ਵੇਖ ਰਹੇ। ਸੋ ਰਿਸਕ ਫੈਕਟਰਸ ਵੀ ਸ਼ਿਫਟ ਹੋ ਗਏ ਆ। ਸੋ ਵੀਰ ਸੀਇੰਗ ਮੋਰ ਆਫ ਦਿਸ ਐਟ ਅ ਯੰਗ ਏਜ। ਸੋ ਇਹ ਜ਼ਿਆਦਾਤਰ ਜਿਹੜੇ ਹੈਗੇ ਆ ਸਿੰਪਟਮਸ ਗੁਰਦੇਵ, ਇਹ ਯੰਗਰ ਅਡਲਟਸ ਦੇ ਵਿੱਚ, ਮੇਲ ਪਾਪੂਲੇਸ਼ਨ ਦੇ ਵਿੱਚ ਜ਼ਿਆਦਾ? ਆਈ ਐਮ ਨੋਟਿਸਿੰਗ ਅ ਲੋਟ ਮੋਰ ਇਨ ਸਾਊਥ ਏਸ਼ੀਅਨ ਮੇਲ, ਬਟ ਫੀਮੇਲ 'ਚ ਵੀ ਹੋ ਰਹੇ ਆ। ਲੇਡੀਜ਼ ਲਈ ਸੋ ਵਨ ਨਾਈਸ ਥਿੰਗ ਫॉर ਲੇਡੀਜ਼ ਇਜ਼ ਕਿਉਂਕਿ ਸਾਡੇ ਪੀਰੀਅਡ ਹੁੰਦੇ ਆ, ਐਕਚੁਅਲੀ ਐਸਟ੍ਰੋਜਨ ਪ੍ਰੋਟੈਕਟਿਵ ਹੁੰਦਾ ਹੈ। ਸੋ ਈਵਨ ਅਗਰ ਹਾਰਟ ਡਿਜ਼ੀਜ਼ ਦੀ ਪਲੈਕ ਬਣ ਜਾਂਦੀ ਹੈ, ਐਸਟ੍ਰੋਜਨ ਐਕਚੁਅਲੀ ਥਿਕਨਸ ਦ ਪਲੈਕ, ਸੋ ਮੇਕਸ ਇਟ ਲੈਸ ਲਾਈਕਲੀ ਟੂ ਰਪਚਰ। ਸੋ ਲੇਡੀਜ਼ ਦਾ ਐਕਚੁਅਲੀ ਹਾਰਟ ਅਟੈਕ ਦਾ ਰਿਸਕ ਹਾਈਐਸਟ ਹੁੰਦਾ ਹੈ ਜਦੋਂ ਅਸੀਂ ਪੇਰੀ ਮੈਨੋਪੌਜ਼ ਸਪੈਸੀਫਿਕਲੀ ਦੇ ਬਾਰੇ ਗੱਲਬਾਤ ਕਰ ਰਹੇ ਹਾਂ, ਜਦੋਂ ਹਾਰਮੋਨ ਦੀ ਪ੍ਰੋਟੈਕਸ਼ਨ ਨਿਕਲ ਜਾਂਦੀ। ਕਈ ਯੰਗ ਲੇਡੀਜ਼ ਦੇ ਲਈ ਰੇਅਰ ਕਾਜ਼ਜ਼ ਹਾਰਟ ਅਟੈਕ ਦੇ ਵੀ ਹੁੰਦੇ ਜਿਹਦੇ ਨਾਲ ਕੋਲੈਸਟਰੋਲ ਦੀ ਪਲੈਕ ਰਪਚਰ ਦੀ ਲਿੰਕੇਜ ਨਹੀਂ ਹੁੰਦੀ। ਇੱਕ ਹੁੰਦਾ ਸਕੈਡ, ਸੋ ਸਪੌਂਟੇਨੀਅਸ ਕੋਰੋਨਰੀ ਆਰਟਰੀ ਡਿਸੈਕਸ਼ਨ, ਸੋ ਉਹਦਾ ਜਦੋਂ ਨਾੜੀ 'ਚ ਐਕਚੁਅਲੀ ਕੱਟ ਬਣ ਜਾਂਦਾ ਹੈ। ਓਕੇ, ਸੇ ਐਂਡ ਦੈਨ ਉਹ ਕੱਟ ਦੇ ਨਾਲ ਦਿਲ ਦੇ ਮਸਲ ਨੂੰ ਬਲੱਡ ਸਪਲਾਈ ਨਹੀਂ ਮਿਲਦਾ, ਕਿਉਂਕਿ ਜਿਹੜੀ ਕੱਟ ਹੁੰਦੀ ਹੈ ਉਹਦਾ ਫਲੈਪ ਬਣ ਜਾਂਦਾ ਹੈ, ਐਂਡ ਇਟ ਬਲੌਕਸ ਆਫ ਦ ਬਲੱਡ ਸਪਲਾਈ। ਕਈ ਵਾਰੀ ਕਲੌਟ ਵੀ ਬਣ ਜਾਂਦਾ ਹੈ, ਉਹਦੇ ਨਾਲ ਅਸੀਂ ਇਹਨੂੰ ਐਂਬੋਲਿਜ਼ਮ ਬੋਲਦੇ, ਉਹਦੇ ਨਾਲ ਦਿਲ ਦੇ ਬਲੱਡ ਸਪਲਾਈ ਘੱਟ ਜਾਂਦਾ ਹੈ। ਕਈ ਵਾਰੀ ਦੂਸਰੀ ਰੇਅਰ ਐਂਟਿਟੀ ਜਾਂ ਚੀਜ਼ ਵੀ ਹੁੰਦੀ ਆ, ਦੇਰ ਸਮ ਲਿਟਰੇਚਰ ਜਿਹੜੇ ਮਾਈਕਰੋ ਪਲਾਸਟਿਕਸ ਵੀ ਹੈਗੇ ਆ। ਇਹ ਐਕਚੁਅਲੀ ਉਹਨਾਂ ਨੇ, ਅਗੇਨ ਕੁਆਲਿਟੀ ਆਫ ਦ ਸਟੱਡੀ ਵਾਜ਼ ਨਾਟ ਗ੍ਰੇਟ, ਆਬਜ਼ਰਵੇਸ਼ਨਲ ਸੀ, ਪਰ ਉਹਨਾਂ ਨੇ ਜਿਹੜੇ ਪਲਾਸਟਿਕ ਦੇ ਕੱਪ ਅਸੀਂ ਪੀਂਦੇ ਆ, ਵੀ ਯੂਜ਼ ਪਲਾਸਟਿਕ ਯੂਟੈਂਸਿਲਸ, ਪਲਾਸਟਿਕ ਐਵਰੀਵੇਅਰ ਹੁੰਦਾ ਹੈ, ਉਹਨਾਂ ਨੇ ਐਕਚੁਅਲੀ ਵੇਖਿਆ ਸੀ ਸਾਡੇ ਗਲੇ ਦੇ ਨਾੜੀਆਂ 'ਚ, ਕਰਾਟਿਡ ਵੈਸਲ 'ਚ ਐਕਚੁਅਲੀ ਛੋਟੇ ਛੋਟੇ ਪਲਾਸਟਿਕ ਦੇ ਡਿਪੋਜ਼ਿਟਸ ਹੈਗੇ ਸੀ ਪਲੈਕ 'ਚ। ਅੱਛਾ, ਸੋ ਵੀ ਆਰ ਅਬਜ਼ੋਰਬਿੰਗ ਥੀਸ ਇਨਟੂ ਆਰ ਬਲੱਡ ਸਟਰੀਮ, ਅਤੇ ਥਿਊਰੀ ਹੈਗੀ ਕਿ ਸ਼ਾਇਦ ਉਹਦੇ ਨਾਲ ਪਲੈਕ ਵੀ ਬਣਦਾ ਹੈ। ਐਂਡ ਦੇ ਨੋਟਿਸ ਜਿਹੜੇ ਲੋਕਾਂ ਨੂੰ ਇਹ ਮਾਈਕਰੋ ਪਲਾਸਟਿਕਸ ਹੈਗੇ ਸੀ, ਉਹਨਾਂ ਦਾ ਹਾਰਟ ਅਟੈਕ, ਸਟ੍ਰੋਕ ਅਤੇ ਮਰਨਾ ਦਾ ਰਿਸਕ ਜ਼ਿਆਦਾ ਸੀ। ਅਗੇਨ ਆਬਜ਼ਰਵੇਸ਼ਨਲ ਡਾਟਾ, ਮੋਰ ਰਿਸਰਚ ਇਜ਼ ਨੀਡਡ, ਬੈਟਰ ਕੁਆਲਿਟੀ, ਬਟ ਇਟਸ ਇੰਟਰਸਟਿੰਗ। ਸੋ ਸਾਡਾ ਜੀਣ ਦਾ ਤਰੀਕਾ ਵੀ ਬਹੁਤ ਬਦਲਿਆ ਹੋਇਆ ਪਿਆ ਇਨ ਦ ਲਾਸਟ 100-200 years, ਉਹਦੇ ਨਾਲ ਵੀ ਦੇਰ ਇਜ਼ ਮੋਰ ਰਿਸਰਚ ਨੀਡਡ ਟੂ ਫਾਈਂਡ ਆਊਟ ਯੰਗ ਲੋਕਾਂ ਨੂੰ ਹਾਰਟ ਡਿਸੀਜ਼ ਕਿਉਂ ਹੋ ਰਹੀ ਆ। ਗੁਰਦੇਵ, ਤੁਸੀਂ ਕਿਹਾ ਨਾ ਤੁਹਾਡੇ ਕੋਲ ਕਾਫੀ ਯੰਗ ਪਾਪੂਲੇਸ਼ਨ ਆਉਂਦੀ ਹੈ, ਜਿਹਦੇ ਵਿੱਚ ਤੁਸੀਂ ਨੋਟਿਸ ਕਰ ਰਹੇ ਹੋ ਅੱਜ ਕੱਲ੍ਹ ਕਿ ਉਹਨਾਂ ਨੂੰ ਸਟ੍ਰੈਸ ਤਾਂ ਹੈਗਾ ਹੀ ਹੈ, ਉਹਦੇ ਨਾਲ BP ਦੀ ਪ੍ਰੋਬਲਮ ਹੈ, ਉਹਦੇ ਨਾਲ ਕੋਲੈਸਟਰੋਲ ਦੀ ਪ੍ਰੋਬਲਮ ਹੈ। ਇਹ ਲਾਈਫ ਸਟਾਈਲ ਚੇਂਜਿਸ ਹੈਗੀਆਂ ਜਾਂ ਸਾਡੀ ਜ਼ਿੰਦਗੀ 'ਚ ਸਟ੍ਰੈਸ ਹੀ ਇੰਨਾ ਹੋ ਗਿਆ ਕਿ ਯੰਗ ਪਾਪੂਲੇਸ਼ਨ ਨੂੰ ਇੰਨੀਆਂ ਹਾਰਟ ਡਿਜ਼ੀਜ਼ ਹੋਣ ਲੱਗ ਗਈ? ਅੱਗੇ ਆਪਾਂ ਸੋਚਦੇ ਹੁੰਦੇ ਸੀ ਕਿ ਬਜ਼ੁਰਗਾਂ ਨੂੰ BP ਦੀ ਪ੍ਰੋਬਲਮ ਹੁੰਦੀ ਹੈ, ਕੋਲੈਸਟਰੋਲ ਦੀ ਪ੍ਰੋਬਲਮ ਹੁੰਦੀ ਹੈ, ਹੁਣ ਤਾਂ ਛੋਟੇ ਛੋਟੇ ਲਾਈਕ ਯੰਗ 25-30 ਵਾਲੇ ਸਾਲ ਦੇ ਲੋਕਾਂ ਨੂੰ ਵੀ ਹੈਗਾ। Anji. No, this is a really great question, and I think very intricate question ਹੈ, ਰਾਈਟ? ਸੋ ਇਹਦਾ ਸਿੰਪਲ ਆਨਸਰ ਨਹੀਂ ਹੈਗਾ, ਬਟ ਆਈ ਥਿੰਕ ਬਿਗੇਸਟ ਥਿੰਗ ਜਿਹੜੀ ਹੈਗੀ ਐਜ਼ ਅ ਸੋਸਾਇਟੀ, ਐਂਡ ਆਈ ਡੋਂਟ ਨੋ ਅਗਰ ਟੈਕਨੋਲੋਜੀ ਰਿਸਪੋਂਸੀਬਲ ਹੈਗੀ ਆ, ਇੰਟਰਨੈਟ ਐਕਸੈਟਰਾ, ਆਈ ਮੀਨ ਓਬਵੀਅਸਲੀ ਇਹਦੇ ਬਹੁਤ ਸਾਰੇ ਪੋਜ਼ੀਟਿਵ ਬੈਨੀਫਿਟਸ ਹੈਗੇ ਆ, ਬਟ ਵੈਰੀ ਵੈਰੀ ਇੰਪੋਰਟੈਂਟ, ਸਾਨੂੰ ਤਾਂ ਪਤਾ ਫਿਜ਼ੀਕਲ ਐਕਟੀਵਿਟੀ ਇਜ਼ ਵੈਰੀ ਇੰਪੋਰਟੈਂਟ, ਉਹ ਤਾਂ ਘੱਟੀ ਹੋਈ ਪਈ ਆ। ਵੀ ਵਾਂਟ 10 to 20,000 steps per day minimum, right? More is more for physical activity. ਅਸੀਂ ਵੇਖ ਰਹੇ ਓਬੀਸਿਟੀ ਦੇ ਰੇਟਸ ਵੀ ਜ਼ਿਆਦਾ ਹੈ, ਸੋ ਸਾਡਾ ਡਾਇਟ ਜਿਹੜਾ ਹੈਗਾ, ਕਿਉਂਕਿ ਪੀਪਲ ਆਰ ਬਿਜ਼ੀ,
ਉਹਨਾਂ ਨੂੰ ਫਾਸਟ ਕਨਵੀਨੀਅੰਟ ਫੂਡ ਚਾਹੀਦਾ ਆ often that is not healthy, not always the case, but often it's not healthy. Ultra processed food ਵੀ ਅਸੀਂ ਖਾ ਰਹੇ, nobody really grows their own food anymore, so ਇਹ ਜਿਹੜੇ basic ਚੀਜ਼ ਹੈਗੀ ਆ ਅਸੀਂ ਇਹ ਮਿਸ ਕਰ ਰਹੇ. You can see stress ਜ਼ਿਆਦਾ ਸ਼ਾਇਦ ਹੁੰਦੀ ਹੈ because ਅਸੀਂ ਜ਼ਿਆਦਾ interconnected ਹੈਗੇ ਇੰਟਰਨੈਟ ਦੇ ਕਾਰਨ etc. But I also think focus ਹੋਣਾ ਚਾਹੀਦਾ ਕਿ I think maybe 500 years ago more ਅਸੀਂ focus ਕਰਦੇ ਸੀ, ਅਸੀਂ ਸਿਖਾਉਂਦੇ ਸੀ how do we deal with stress. Meditation, yoga, deep breathing, these activities ਜਿਹਦੇ ਨਾਲ ਅਸੀਂ slow down ਕਰਦੇ ਆ, right, mentally ਤੇ physically. I think ਇਹ ਚੀਜ਼ missing ਹੈ ਕਿਉਂਕਿ ਬੱਚਿਆਂ ਨੂੰ ਅਸੀਂ PE class 'ਚ ਪਾਉਂਦੇ ਆ, gym ਦੀ class ਹੈਗੀ ਆ, but kids need to be taught stress ਦੀ management ਕਿਸ ਤਰ੍ਹਾਂ ਕਰਨੀ ਚਾਹੀਦੀ. So they should be looking at building this into school curriculums because stress ਤਾਂ ਸਾਰਿਆਂ ਨੂੰ ਹੁੰਦੇ. Even ਅਗਰ if we talk about older generation, ਹਾਂਜੀ ਉਹਨਾਂ ਨੂੰ heart disease ਘੱਟ ਹੁੰਦੀ ਸੀ, risk factors ਘੱਟ, ਉਹਨਾਂ ਨੂੰ ਵੀ ਬਹੁਤ stress ਹੁੰਦੀ ਸੀ, right, they've gone through wars etc. So ਇਹ ਚੀਜ਼ ਨਹੀਂ ਕਿ human condition ਦੀ escape ਹੋਣੀ ਹੈ stress ਤੋਂ ਬਗੈਰ, right, ਜ਼ਿੰਦਗੀ is being stressed, that's part of our life. But I think ਜਿਹੜੇ coping mechanisms ਹੈਗੇ, exercise, fitness, good nutrition, mental health, mental training ਜਿਹੜੀ ਹੈਗੀ ਹੈ, mindfulness, meditation, all of these things, I think ਲੋਕੀ ਇਹਦੇ ਉੱਪਰ focus ਘੱਟ ਕਰ ਰਹੇ and we need to go back to the basics of good lifestyle. ਕਿਉਂਕਿ ਅਗਰ medical issue ਹੈਗਾ, genetic issue ਹੈਗਾ, that's fine, we're here to support you ਦਵਾਈਆਂ ਦੇ ਨਾਲ, testing ਦੇ ਨਾਲ etc. But lifestyle ਦੀ importance ਇੰਨੀ ਜ਼ਰੂਰੀ ਹੈਗੀ ਹੈ. It's very important to focus diet, exercise, ਜੀਣ ਦਾ ਤਰੀਕਾ, stress management. These are probably some of the most fundamental things. ਗੁਰਦੇਵ ਸਾਨੂੰ ਇਹ ਦੱਸੋ ਜੀ, ਤੁਹਾਡੀ ਐਡਵਾਈਸ ਕੀ ਹੈਗੀ ਹੈ ਉਸ ਫੈਮਿਲੀ ਨੂੰ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਹੈਗੀ ਹੈ ਹਾਰਟ ਡਿਜ਼ੀਜ਼ ਵਾਸਤੇ? So this we take very seriously. So ਅਗਰ family history ਹੈਗੀ heart disease ਦੀ, specifically ਬੰਦਿਆਂ ਨੂੰ 55, ਕਿਸੇ ਮੇਲ ਨੂੰ 55 ਤੋਂ ਘੱਟ heart disease ਜਾਂ ladies ਨੂੰ 65 ਤੋਂ ਘੱਟ ਹੁੰਦੀ, very important that ਆਪਣੇ family doctor ਤੇ specialist ਨਾਲ review ਹੋਣੀ ਚਾਹੀਦੀ ਹੈ ਕਿ ਤੁਹਾਡਾ heart disease ਦਾ risk ਕਿੰਨਾ ਹੈਗਾ ਹੈ. Usually ਅਸੀਂ ਬੋਲਦੇ ਹਾਂ, so let's say ਤੁਹਾਡੀ family 'ਚ ਤੁਹਾਡੇ immediate first relation, let's say ਕਿਸੇ ਦੇ father ਨੂੰ heart attack 41 'ਚ ਹੋ ਗਿਆ, usually we like the screening to be done at least 10 years before, so 31 or prior. Okay, usually for all South Asians, ਜਿਹੜੇ males ਹੈਗੇ, I do recommend they get some type of heart disease screening in the sense of blood pressure, cholesterol, sugar assessment, so cardiovascular risk assessment between 30 to 50. And then for ladies between 40 to 60, ਕਿਉਂਕਿ ਅਸੀਂ ਗੱਲਬਾਤ ਕੀਤੀ especially after menopause, ladies ਦਾ heart disease ਦਾ risk ਉੱਪਰ ਚਲੇ ਜਾਂਦਾ ਹੈ. But if there's family history, we like the family, especially ਬੱਚੇ ਜਿਹੜੇ ਹੈਗੇ, to be seen 10 ਸਾਲ ਪਹਿਲੇ from the first event. Or ਅਗਰ family history, let's say you just had a family member have a heart attack in their 40s, brother, cousin etc, then it's not wrong to get checked out at that point. ਅੱਛਾ, ਅੱਜ ਕੱਲ੍ਹ ਸਮਾਰਟ ਵਾਚਿਸ ਜਾਂ ਜਿਹੜੀਆਂ ਵੀਅਰੇਬਲ ਡਿਵਾਈਸਿਸ ਹੈਗੀਆਂ, ਇਹਨਾਂ ਦਾ ਬਹੁਤ ਫੈਸ਼ਨ ਹੈ ਔਰ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਾਨੂੰ ਸ਼ਾਇਦ ਹਾਰਟ ਅਟੈਕ ਤੋਂ ਬਚਾ ਸਕਦੀਆਂ ਜਾਂ ਸਾਨੂੰ ਇੰਡੀਕੇਸ਼ਨ ਦੇ ਸਕਦੀਆਂ. ਕਿੰਨਾ ਕੁ ਟਰੂ ਹੈ ਜੀ ਇਹ? No, so not for heart attack. So they're very helpful. ਇਹ helpful ਹੈਗੀ ਦਿਲ ਦੀ electrical issue ਦੇ ਲਈ. Okay, so heart attack, as I mentioned, ਇਹ circulation ਦਾ issue, ਨਾੜੀ ਦਾ issue, ਇਹ ਅਲੱਗ ਚੀਜ਼ ਹੁੰਦੀ ਹੈ. So ਇਹ I mean ਸ਼ਾਇਦ future 'ਚ ਕਿਸੇ ਨੇ ਡਿਜ਼ਾਈਨ ਕਰ ਲੈਣਾ, but for now the smart watches, they cannot recognize ਅਗਰ ਤੁਹਾਨੂੰ heart attack ਹੋ ਰਿਹਾ ਜਾਂ ਨਹੀਂ. They can only tell you ਅਗਰ ਦਿਲ ਦੀ electrical issue ਹੁੰਦੀ, and actually specifically for something called atrial fibrillation, they're actually quite good at picking it up. ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਕਿ atrial fibrillation ਹੈ. Atrial fibrillation ਹੁੰਦਾ ਜਦੋਂ ਦਿਲ ਦੀ ਧੜਕਨ ਤੇਜ਼ ਜਾਂ irregular ਹੁੰਦੀ ਹੈ, ਉਹਦੇ ਨਾਲ actually ਇੱਕ stroke ਦਾ risk increase ਹੁੰਦਾ ਹੈ. So these are helpful devices. I also recommend them ਕਈ ਵਾਰੀ ਜਦੋਂ ਅਸੀਂ exercise prescription ਲੋਕਾਂ ਨੂੰ ਦਿੰਦੇ, so they need to see ਸਾਡਾ target heart rate ਕਿੰਨਾ ਹੋਣਾ ਚਾਹੀਦਾ ਜਦੋਂ ਅਸੀਂ exercise ਕਰਦੇ. And the third population is ਜਿਹੜੇ ਲੋਕਾਂ ਨੂੰ ਘਬਰਾਹਟ ਹੁੰਦੀ, let's say ਘਬਰਾਹਟ ਇੱਕ ਵਾਰੀ ਹੁੰਦੇ ਹਰ 3 ਮਹੀਨੇ for 15 minutes, ਇਹ ਕਦੇ ਵੀ ਨਹੀਂ ਕੈਪਚਰ ਹੋਣਾ ਹੈ ਹੋਲਟਰ ਮੋਨੀਟਰ 'ਚ, ਇਲੈਕਟ੍ਰੀਕਲ ਮਾਂ 'ਚ. ਓਬਵੀਅਸਲੀ ਜਦੋਂ ਤੁਸੀਂ ਡਾਕਟਰ ਨੂੰ ਮਿਲਦੇ ਹੋ ਤਾਂ ਹਟ ਗਈ. ਸੋ ਇਟਸ ਵੈਰੀ ਹੈਲਪਫੁਲ ਟੂ ਹੈਵ ਔਨ ਯੂਰ ਰਿਸਟ ਕਿ ਤੁਸੀਂ ਇਲੈਕਟ੍ਰੀਕਲ ਐਕਟੀਵਿਟੀ ਜਿਹੜੀ ਹੈਗੀ ਕੈਪਚਰ ਕਰ ਸਕਦੇ ਜਦੋਂ ਕੋਈ ਰੇਅਰ ਪੈਲਪੀਟੇਸ਼ਨ ਜਾਂ ਸਿੰਪਟਮ ਹੁੰਦੀ ਹੈ. ਤੁਸੀਂ ਅਗਰ ਕੁਛ ਹੋ ਰਿਹਾ ਹੈ ਦਿਲ ਨੂੰ ਸਪੈਸੀਫਿਕਲੀ ਇਲੈਕਟ੍ਰੀਕਲ ਕਾਰਨ. ਗੁਰਦੇਵ, ਅੱਜ ਕੱਲ੍ਹ ਬਹੁਤ ਸਾਰੀਆਂ ਇਹੋ ਜਿਹੀਆਂ ਵਾਚਿਸ ਵੀ ਆ ਗਈਆਂ ਜਿਹੜੇ ECG ਵੀ ਕਰ ਦਿੰਦੇ. Yeah, that's the one I'm talking about. ਇਹ ਜਿਹੜੀ ECG analysis ਹੈਗੀ ਹੈ, ਸੋ ਇਹ software ਜਿਹੜਾ ਹੈਗਾ Apple Watch 'ਚ original ਹੈਗੀ ਸੀ. I think Samsung does one now and Fitbit also has it. So specifically ਇਹ ਜਿਹੜੀ ECG analysis, this is for heart rhythm monitoring, ਯਾਨੀ ਕਿ electrical issue ਅਸੀਂ ਲੱਭ ਰਹੇ ਹਾਂ. So these are actually very helpful for that purpose, but not for detecting a heart attack. Yes.
ਅੱਛਾ ਇਹ ਦੱਸੋ ਸਾਨੂੰ ਗੁਰਦੇਵ ਸਟ੍ਰੋਕ ਵਰਡ ਤੁਸੀਂ ਇੱਕ ਯੂਜ਼ ਕੀਤਾ ਹੁਣ ਹਾਂਜੀ ਸਟ੍ਰੋਕ ਤੇ ਹਾਰਟ ਅਟੈਕ ਇਹਨਾਂ 'ਚ ਵੀ ਕੁਝ ਡਿਫਰੈਂਸ ਹੈਗਾ ਯੈਸ ਦੇयर ਇਜ਼ ਸੋ ਦੇयर ਬੇਸਿਕਲੀ ਇਹ ਸਿਮਿਲਰ ਐਂਟੀਟੀ ਹੁੰਦੀ ਹੈ ਪਰ ਜਦੋਂ ਦਿਲ ਦੀ ਨਾੜੀ 'ਚ ਪਲੈਕ ਦਾ ਰਪਚਰ ਹੁੰਦਾ ਹੈ ਤੇ ਉਹ ਬਲੱਡ ਕਲੌਟ ਬਣਦਾ ਹੈ ਸੋ ਉਹ ਹਾਰਟ ਅਟੈਕ ਹੁੰਦਾ ਹੈ ਓਕੇ ਔਰ ਮਾਇਓਕਾਰਡੀਅਲ ਇਨਫਾਰਕਸ਼ਨ MI ਉਹ ਮੈਡੀਕਲ ਟਰਮ ਹੈ ਜਦੋਂ ਸੇਮ ਪ੍ਰੋਸੈਸ ਸਾਡੇ ਬ੍ਰੇਨ ਦੇ ਵੈਸਲਸ 'ਚ ਹੁੰਦਾ ਹੈ that is called a stroke. Okay. So basically, if you want to say stroke is a heart attack of the brain, similar mechanism है. So same thing, plaque का rupture होता है, ਉਹਦੇ ਨਾਲ brain ਨੂੰ blood supply नहीं मिलता है, and इसलिए treatment can be different but pretty similar. So clot busting medications ਅਸੀਂ ਦਿੰਦੇ, ਕਈ ਵਾਰੀ interventional procedure ਵੀ ਦਿੰਦੇ, antiplatelet ਵੀ ਦਿੰਦੇ ਜਿਹਦੇ ਨਾਲ ਖੂਨ ਪਤਲਾ ਹੋ ਜਾਂਦਾ ਹੈ. So very similar treatment and risk factor ਦਾ management. So cholesterol, blood pressure, sugar. So very similar treatment. So it's just ਦੂਸਰੀ ਨਾੜੀ ਦੂਸਰੀ ਵੈਸਕੂਲਰ ਬੈਡ 'ਚ ਪ੍ਰੋਬਲਮ ਹੋ ਰਹੀ ਹੈ ਅਗਰ ਦਿਲ ਦੀ ਨਾੜੀ 'ਚ ਹੁੰਦੀ ਹੈ ਇਹ ਪਲੈਕ ਦੀ ਰਪਚਰ ਹਾਰਟ ਅਟੈਕ ਜਾਂ ਮਾਇਓਕਾਰਡੀਅਲ ਇਨਫਾਰਕਸ਼ਨ ਅਗਰ ਬ੍ਰੇਨ ਦੀ ਸਰਕੂਲੇਸ਼ਨ 'ਚ ਹੁੰਦਾ ਹੈ ਦਿਸ ਇਜ਼ ਕਾਲਡ ਅ ਸਟ੍ਰੋਕ ਬਹੁਤ ਲੋਕੀ ਇਹ ਵੀ ਕਨਫਿਊਜ਼ ਕਰ ਲੈਂਦੇ ਆ ਐਸਿਡ ਬਣ ਗਿਆ ਕਈ ਵਾਰੀ ਕਹਿਣਗੇ ਕਿ ਸਾਨੂੰ ਐਸਿਡ ਬਣਿਆ ਹੋਇਆ ਹੁੰਦਾ ਉਹ ਹਾਰਟ ਅਟੈਕ ਦਾ ਦਰਦ ਹੈ ਉਹਨੂੰ ਐਸਿਡ ਦਾ ਸਮਝ ਲੈਣਾ ਜਾਂ ਹੁੰਦਾ ਉਹ ਐਸਿਡ ਦਾ ਦਰਦ ਹੈ ਉਹਨੂੰ ਇਹ ਸਮਝ ਲੈਣਾ ਕਿ ਮੈਨੂੰ ਹਾਰਟ ਅਟੈਕ ਹੋ ਰਿਹਾ ਇਹਨੂੰ ਕਿਵੇਂ ਡਿਫਰੈਂਸ਼ੀਏਟ ਕੀਤਾ ਜਾ ਸਕਦਾ ਇਟਸ ਵੈਰੀ ਹਾਰਡ ਯੂ ਜਸਟ ਹੈਵ ਟੂ ਸੀ ਯਰ ਹੈਲਥ ਕੇਅਰ ਪ੍ਰੋਵਾਈਡਰ ਸੋ ਅਗਰ ਇਹ ਹੁੰਦਾ ਇਟਸ ਅਪ ਟੂ ਯਰ ਡਾਕਟਰ ਉਹ ਟੈਸਟਿੰਗ ਕਰਦੇ ਅਗਰ ਅਪਰੋਪਰੀਏਟ ਹੈ ਬਟ ਆਈ ਵਿਲ ਸੇ ਦਿਸ ਯੂ ਨੋ ਆਫਨ ਦਿਲ ਦੀ ਦਰਦ ਜਿਹੜੀ ਹੈਗੀ ਡਸਨਟ ਆਫਨ ਪ੍ਰੈਜ਼ੈਂਟ ਐਜ਼ ਐਸਿਡ ਰੀਫਲਕਸ ਪਰ ਸਪੈਸ਼ਲੀ ਇਨ ਲੇਡੀਜ਼ ਜਾਂ ਅਗਰ ਕੋਈ ਲੈਂਗੁਏਜ ਬੈਰੀਅਰ ਹੁੰਦਾ ਹੈ ਕਈ ਵਾਰੀ ਲੋਕੀ ਬੋਲਦੇ ਨੇ ਕਿ ਚੈਸਟ ਪੇਨ ਹੁੰਦਾ ਜਾਂ ਕੁਝ ਦੂਸਰਾ ਅੰਦਰੋਂ ਦਾ ਮਹਿਸੂਸ ਕਰਦੇ ਐਗਜ਼ੈਕਟਲੀ ਸੋ ਰਿਮੈਂਬਰ ਅਸੀਂ ਬਿਗਿਨਿੰਗ 'ਚ ਬੋਲੇ ਸੀ ਕਿਹੜੇ ਪੋਪੂਲੇਸ਼ਨਸ ਵਿਲ ਪ੍ਰੈਜ਼ੈਂਟ ਏਟਿਪਿਕਲੀ ਵੂਮਨ diabetics right so ਇਹ population 'ਚ ਕਈ ਵਾਰੀ ਅਸੀਂ ਵੇਖਦੇ ਹਾਂ ਐਸਿਡ ਦੇ ਬਾਰੇ ਗੱਲਬਾਤ ਕਰਦੇ ਜਾਂ ਸਾਹ ਚੜ੍ਹਦਾ ਹੈ ਯੂ ਨੋ ਬੇਹੋਸ਼ੀ ਹੋ ਰਹੀ ਘਬਰਾਹਟ ਪਸੀਨਾ ਚੜ੍ਹਦਾ ਸਮਥਿੰਗ ਐਲਸ ਇਜ਼ ਗੋਇੰਗ ਔਨ ਸੋ ਅਗਰ ਤੁਹਾਨੂੰ ਕੰਸਰਨ ਹੈਗਾ ਹੈ ਜਸਟ ਗੈਟ ਚੈੱਕਡ ਆਊਟ ਬਾਈ ਹੈਲਥ ਕੇਅਰ ਪ੍ਰੋਵਾਈਡਰ ਬਲੱਡ ਟੈਸਟ ਤੇ ECG ਦੇ ਨਾਲ ਵੀ ਕੈਨ ਡਿਟੈਕਟ ਅਗਰ ਤੁਹਾਡਾ ਹਾਰਟ ਅਟੈਕ ਹੋ ਰਿਹਾ ਜਾਂ ਨਹੀਂ ਪ੍ਰੀਟੀ ਰਿਲਾਇਬਲੀ ਅੱਛਾ ਥੋੜ੍ਹੀ ਜਿਹੀ COVID-19 ਦੀ ਗੱਲ ਵੀ ਕਰਨਾ ਚਾਹੁੰਦੀ ਹਾਂ ਬਹੁਤ ਲੋਕੀ ਇਹ ਵੀ ਕਹਿਣ ਲੱਗ ਗਏ ਨੇ ਕਿ ਇਹ ਜਿਹੜੇ ਛੋਟੀ ਉਮਰ ਦੇ ਲੋਕਾਂ ਨੂੰ ਹਾਰਟ ਅਟੈਕ ਹੋ ਰਹੇ ਨੇ ਉਹਦਾ COVID-19 ਇਨਫੈਕਸ਼ਨਸ ਦੇ ਨਾਲ ਕੋਈ ਰਿਲੇਸ਼ਨ ਹੈਗਾ ਜਿਹੜੇ ਵਾਇਰਲ ਇਨਫੈਕਸ਼ਨਸ ਨੇ ਕਿ ਇਹ ਵੀ ਹਾਰਟ ਡਿਜ਼ੀਜ਼ ਦਾ ਜਿਹੜਾ ਰਿਸਕ ਹੈ ਉਹਨੂੰ ਵਧਾ ਦਿੰਦੇ ਆ ਹਾਂਜੀ ਸੋ ਵੈਰੀ ਗੁੱਡ ਕੁਐਸਚਨ ਸੋ ਈਵਨ ਕੋਵਿਡ ਤੋਂ ਪਹਿਲੇ ਇਨਫਲੂਐਂਜ਼ਾ ਵਾਜ਼ ਐਕਚੁਅਲੀ ਦ ਬਿਗੇਸਟ ਵਾਇਰਸ ਇਨਫਲੂਐਂਜ਼ਾ ਇਹ ਜਿਹਦੇ ਨਾਲ ਦਿਲ 'ਚ ਨੁਕਸਾਨ ਹੁੰਦਾ ਹੈ ਸੋ ਸਾਨੂੰ ਪਤਾ ਕੋਈ ਵੀ ਵਾਇਰਲ ਇਨਫੈਕਸ਼ਨ ਦੇ ਨਾਲ ਇੰਕਲੂਡਿੰਗ COVID-19 ਇਨਫਲੂਐਂਜ਼ਾ ਦੂਸਰੇ ਵਾਇਰਸਿਸ ਵੀ ਹੈਗੇ ਐਬਸੋਲੂਟਲੀ ਦਿਲ 'ਚ ਅਸਰ ਹੋ ਸਕਦਾ ਹੈ ਸੋ ਦਿਲ ਦਾ ਮਸਲ ਜਿਹੜਾ ਹੈਗਾ ਕਈ ਵਾਰੀ ਇਨਫਲੇਮਡ ਹੋ ਸਕਦਾ ਪੰਪ ਦਾ ਫੰਕਸ਼ਨ ਘੱਟ ਵੀ ਸਕਦਾ ਅਸੀਂ ਇਹਨੂੰ ਮਾਇਓਕਾਰਡਾਈਟਿਸ ਬੋਲਦੇ ਕਈ ਵਾਰੀ ਇਲੈਕਟ੍ਰੀਕਲ ਇਸ਼ੂ ਵੀ ਹੋ ਸਕਦੀ ਕਈ ਵਾਰੀ ਸਟ੍ਰੈਸ ਵੀ ਹੋ ਜਾਂਦਾ ਸੋ ਹਾਰਟ ਅਟੈਕ ਵੀ ਹੋ ਸਕਦਾ ਹੈ ਇਹ ਚੀਜ਼ ਨਹੀਂ ਕਿ ਹਾਂ ਓਨਲੀ ਕੋਵਿਡ ਦੇ ਨਾਲ ਹੁੰਦਾ ਹੈ ਅਦਰ ਵਾਇਰਸਿਸ ਡੂ ਇਟ ਇਨਫਲੂਐਂਜ਼ਾ ਵਾਜ਼ ਦ ਮੋਸਟ ਕਾਮਨ ਵਨ ਹਾਲੇ ਵੀ ਅਸੀਂ ਇਨਫਲੂਐਂਜ਼ਾ ਦੇ ਕੇਸਿਸ ਅਸੀਂ ਵੇਖਦੇ ਹਾਂ ਬਟ ਇਟਸ ਵੈਰੀ ਇੰਪੋਰਟੈਂਟ ਟੂ ਰੈਕਗਨਾਈਜ਼ ਕਿ ਹਾਂਜੀ ਲਿੰਕੇਜ ਹੈਗਾ ਹੈ ਵਾਇਰਲ ਇਨਫੈਕਸ਼ਨ ਹਾਂਜੀ ਗੁਰਦੇਵ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਜੀ ਜਿਹੜਾ ਸਟ੍ਰੈਸ ਹੈਗਾ ਲੈਕ ਆਫ ਸਲੀਪ ਤੇ ਮਾਡਰਨ ਲਾਈਫ ਸਟਾਈਲ ਇਹਨਾਂ ਨੇ ਬਹੁਤ ਕੰਟਰੀਬਿਊਟ ਕੀਤਾ ਹਾਰਟ ਡਿਜ਼ੀਜ਼ ਦੇ ਵਿੱਚ ਕਿਵੇਂ ਬੈਲੈਂਸ ਕੀਤਾ ਜਾ ਸਕਦਾ ਹੈ Very good question. If I had the answer to that, oh my gosh. So stress ਦੀ management ਜਿਹੜੀ ਹੈਗੀ ਹੈ ਸੋ ਸਾਨੂੰ ਪਤਾ ਹੈ let's say ਜਦੋਂ ਗੁੱਸਾ ਚੜ੍ਹਦਾ ਹੈ so your risk of heart attack doubles. ਅਗਰ ਤੁਹਾਡੇ loved ones ਦਾ ਡੈਥ ਹੋ ਜਾਂਦਾ ਕਿਸੇ ਦਾ ਡੈਥ ਹੋ ਜਾਂਦਾ actually your heart attack risk goes up by 20 times in the immediate 24 hours. So we know ਜਿਹੜੀ anxiety, depression, stress ਜਿਹੜੀ ਹੈਗੀ ਗੁੱਸਾ ਇਹ ਸਾਰੇ ਲਿੰਕੇਜ ਹੈਗੇ ਬੋਡੀ ਦੇ ਉੱਪਰ right so ਇਹਦਾ you know treatment ਜਿਹੜਾ ਹੈਗਾ so to speak is skills ਸਿਖਾਉਣ so specifically ਗੋਰੇ ਇਹਨਾਂ ਨੂੰ mindfulness ਬੋਲਦੇ ਆ okay deep breathing exercises ਕਿ ਲੋਕੀ ਪਾਠ ਕਰਦੇ ਮੈਡੀਟੇਟ ਕਰਦੇ so something ਜਿਹੜੀ ਬ੍ਰੇਨ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਗੱਲਬਾਤ ਕੀਤੀ ਸਟ੍ਰੈਸ ਨੂੰ ਤਾਂ ਸਾਰਿਆਂ ਨੂੰ ਹੋਣੀ ਆ ਜ਼ਿੰਦਗੀ 'ਚ ਬਟ ਇਟਸ ਹਾਊ ਯੂ ਡੀਲ ਵਿਦ ਦ ਸਟ੍ਰੈਸ ਰਾਈਟ ਸਟ੍ਰੈਸ ਨੂੰ ਕਿਸ ਤਰ੍ਹਾਂ ਜਾਂ ਇਫੈਕਟ ਤੁਹਾਡੇ ਬੋਡੀ ਤੁਹਾਡੇ ਦਿਮਾਗ 'ਚ ਹੁੰਦਾ ਹੈ ਦੈਟ ਇਜ਼ ਇੰਪੋਰਟੈਂਟ ਸੋ ਉਹ ਟ੍ਰੇਨਿੰਗ ਤੋਂ ਬਗੈਰ ਨਹੀਂ ਹੁੰਦਾ ਜਿਸ ਤਰ੍ਹਾਂ ਅਗਰ ਤੁਸੀਂ ਜਿਮ ਜਾਂਦੇ ਹੋ ਯੂ ਹੈਵ ਟੂ ਟ੍ਰੇਨ ਇਹ ਚੀਜ਼ ਨਹੀਂ ਕਿ ਜਿਮ ਇੱਕ ਦੋ ਵਾਰੀ ਜਾਣਾ ਪੂਰੀ ਜ਼ਿੰਦਗੀ ਪਰਫੈਕਟ ਹੈ ਸੋ ਐਵਰੀ ਡੇ ਐਟਲੀਸਟ 10-15 ਮਿੰਟਸ ਔਰ ਲੌਂਗਰ ਮੈਂਟਲ ਟ੍ਰੇਨਿੰਗ ਹੋਣੀ ਚਾਹੀਦੀ ਹੈ ਜਸਟ ਲਾਈਕ ਅਸੀਂ ਬੋਡੀ ਦੀ ਫਿਜ਼ੀਕਲ ਟ੍ਰੇਨਿੰਗ ਉੱਪਰ ਅਸੀਂ ਫੋਕਸ ਕਰਦੇ ਜਿਹੜੀ ਫਿਜ਼ੀਕਲ ਟ੍ਰੇਨਿੰਗ ਵੀ ਹੈਗੀ ਹੈ ਉਹ ਹੁਣ ਜਿਵੇਂ ਆਪਾਂ ਤੁਸੀਂ ਮੈਂਸ਼ਨ ਕੀਤਾ ਸੀ ਔਰ ਪਤਾ ਵੀ ਹੈ ਕਿ ਆਪਣੀ ਜਿਹੜੀ ਫਿਜ਼ੀਕਲ ਐਕਟੀਵਿਟੀ ਉਹ ਬਹੁਤ ਘੱਟ ਹੈਗੀ ਹੈ ਸੋ ਐਕਸਰਸਾਈਜ਼ ਦਾ ਕਿੰਨਾ ਕੁ ਇੰਪੋਰਟੈਂਟ ਰੋਲ ਹੈ really important
ਇੰਪੋਰਟੈਂਟ ਬਿਕਾਜ਼ ਆਲਸੋ ਉਹਦੇ ਉੱਪਰ ਮੈਂਟਲ ਹੈਲਥ 'ਤੇ ਅਸਰ ਹੁੰਦਾ ਹੈ ਸੋ ਪੀਪਲ ਉਹ ਪੁੱਛਦੇ ਮੈਨੂੰ ਹਾਂਜੀ ਅਸੀਂ ਐਕਸਰਸਾਈਜ਼ ਕਰਦੇ ਕੰਮ ਦੇ ਨਾਲ ਕਰਦੇ ਐਕਸੈਟਰਾ ਸੋ ਦੇ ਟੈਲ ਮੀ ਹਾਂਜੀ ਅਸੀਂ ਕੰਮ 'ਚ ਬਿਜ਼ੀ ਰਹਿੰਦੇ ਬਟ ਆਈ ਆਲਵੇਜ਼ ਸੇ ਕੰਮ ਸੇ ਇਲਾਵਾ ਕੰਮ ਤੋਂ ਇਲਾਵਾ ਅਪੋਲੋਜੀਜ਼ ਕੋਈ ਡੈਡੀਕੇਟਿਡ ਮਾਈਂਡ ਮਸਲ ਕਨੈਕਸ਼ਨ ਐਕਸਰਸਾਈਜ਼ ਦਾ ਟਾਈਮ ਹੋਣਾ ਚਾਹੀਦਾ ਆਈ ਨੋ ਅਸੀਂ ਸਾਰੇ ਬਿਜ਼ੀ ਆ ਅਗਰ ਰੂਲਸ ਆਫ ਥੰਮ ਐਟਲੀਸਟ 10,000 ਸਟੈਪਸ ਪਰ ਡੇ ਅਗਰ 20,000 ਵੀ ਕਰ ਸਕਦੇ ਦਿਸ ਇਜ਼ ਬੈਟਰ ਸੋ 10,000 ਰਫਲੀ 5 km ਹੁੰਦਾ ਹੈ ਐਂਡ ਰੈਜ਼ਿਸਟੈਂਸ ਟ੍ਰੇਨਿੰਗ ਸੋ ਯਾਨੀ ਕਿ ਬੋਡੀ ਵੇਟ ਦੇ ਐਕਸਰਸਾਈਜ਼ਸ squats, lunges, push-ups, or light dumbbells on the resistance bands. So 30 minutes of resistance training 3 times a week. 30 minutes 3 times a week. That's an easy thing. Yeah. So again, I'm just saying this because loki menu puchde plan do menu. So my office che hi boldi 10,000 steps per day, 30 minutes resistance training 3 times per week minimum. And agar zyada bhi kar sakte that's better. So that's the physical activity piece. Diet is very important ਜਿਹੜੀ ਚੀਜ਼ ਬੋਡੀ ਦੇ ਅੰਦਰ ਪਾਉਂਦੇ ਆ ਖਾਣ ਦੀ ਚੀਜ਼ ਜਿਹੜੀ ਹੈਗੀ ਆ ਖਾਣ ਦਾ ਤਰੀਕਾ ਜੀਣ ਦਾ ਤਰੀਕਾ very important so ideally largely vegetarian diet ਹੋਣੀ ਚਾਹੀਦੀ which most of us are eating ਰੋਟੀ ਘੱਟ 3 ਤੋਂ ਜ਼ਿਆਦਾ ਫੁਲਕੇ ਦਿਨ 'ਚ ਖਾਣੇ ਨਹੀਂ ਚਾਹੀਦੇ ਆਟਾ should be whole wheat ਜਾਂ mixed so regular ਆਟਾ ਨਹੀਂ ਖਾਣਾ ਚਾਹੀਦਾ ਹੈ ਮਿੱਠੀ ਚੀਜ਼ ਜਿਹੜੀ ਹੈਗੀ ਬੰਦ ਦੇਸੀ ਘਿਓ oh my gosh so ਤੜਕਾ should not be done with desi ਘਿਓ ਅਗਰ ਤੁਸੀਂ ਹਾਰਟ ਹੈਲਥ ਦੇ ਬਾਰੇ ਗੱਲਬਾਤ ਕਰ ਰਹੇ ਜਾਂ ਰਿਸਕ ਫੈਕਟਰ ਹੈਗੇ you can use non-genetic modified canola I know ਸਾਰੇ canola ਤੋਂ ਡਰਦੇ ਆ but actually it's recommended by ACCHA or grape seed ਕਿਉਂਕਿ I know canola ਦੇ ਨਾਲ ਕੋਈ negative connotation ਹੈਗੀ culturally so grape seed ਥੋੜੀ ਜਿਹੀ ਮਹਿੰਗੀ ਆ ਪਰ Costco ਤੋਂ ਵੀ ਮਿਲ ਜਾਂਦੀ ਉਹਦੇ ਨਾਲ ਵੀ ਤੜਕਾ ਲਗਾ ਸਕਦੇ ਕਿਉਂਕਿ ਹਾਈ ਹੀਟ 'ਚ ਕੋਈ ਸੈਟ ਪੁਆਇੰਟ ਦੀ ਆਲਟਰੇਸ਼ਨ ਨਹੀਂ ਹੁੰਦੀ lots of water so pop soda ਚਾਏ coffee juice minimize so ਪਾਣੀ ਜ਼ਿਆਦਾ ਪੀਣਾ ਚਾਹੀਦਾ and these are basically tali hoi cheese paneer etc minimize as much as possible and 2% milk ya cut koi adult nu full fat milk nahi chahida hai okay acha bahut sare log ne bahut dudh peende ne not needed so not needed habit ban gaya right so we know animal product jehda hai and also India to different hunda hai right so the way they raise their cows here okay vari ਉਹਨਾਂ ਨੂੰ hormone dinde to keep them lactating etc so North America ਚ quality of the milk is very different even Europe ਚ ਅਲੱਗ ਹੁੰਦਾ ਹੈ ਮੈਂ Ireland ਚ 4 ਸਾਲ ਰਹੀ ਉਹਦੇ ਚ ਕੋਈ dairy ਚ problem ਕਦੇ ਵੀ ਨਹੀਂ ਹੋਈ but here ਮੇਰੀ body suit ਨਹੀਂ ਕਰਦੀ ਹੈ right so that's what I'm saying there is ਸਾਡਾ farming ਦਾ ਤਰੀਕਾ food ਦਾ processing ਦਾ ਤਰੀਕਾ ਥੋੜਾ different ਹੁੰਦਾ North America 'ਚ so ਉਹਦੇ ਨਾਲ diet ਦੀ adaptation ਵੀ ਹੁੰਦੀ so usually we say animal product ਥੋੜਾ ਜਿਹਾ ਘੱਟ and for adults no full fat milk ਕਿਉਂਕਿ ਇੰਡੀਆ ਦੇ ਵਿੱਚ ਉਹੀ ਟ੍ਰੈਂਡ ਹੈ ਨਾ ਕਿ ਦੁੱਧ ਬਹੁਤ ਪੀਤਾ ਜਾਂਦਾ ਹੈ ਪਰ ਇੱਥੇ ਆ ਕੇ ਵੀ ਕਈ ਵਾਰ ਲੋਕ ਦੁੱਧ ਦਿਨ 'ਚ 3 4 ਵਾਰੀ ਪੀਂਦੇ ਨੇ ਪਰ ਉਹਦੇ ਨਾਲ nutrients fresh vegetables ਜ਼ਿਆਦਾ ਚਾਹੀਦੇ ਇੱਥੇ right ਕਿਉਂਕਿ tropical country ਨਹੀਂ ਹੈਗੀ ਹੈ ਸਾਡਾ food ਦਾ quality ਜਿਹੜਾ ਹੈਗਾ ਅਲੱਗ ਹੁੰਦਾ ਹੈ so I would say ਗੋਰੇ ਜਿਹਾ ਪਲੇਟ ਭਰ ਕੇ ਸੈਲਡ ਖਾਂਦੇ ਪੱਤਿਆਂ ਦੇ ਨਾਲ etc so ਮਾੜੀ ਮੋਟੀ ਸੈਲਡ ਨਹੀਂ ਜਿਸ ਤਰ੍ਹਾਂ ਅਸੀਂ ਕਲਚਰਲੀ ਬੋਲਦੇ ਹਾਂ ਜੀ cucumber ਖਾਣਾ ਹੈ onion ਖਾਣੇ ਪਿਆਜ਼ ਖਾਣੇ no full plate of salad at least 1 to 2 per day ਖਾਣੇ ਚਾਹੀਦੇ ਤੇ ਗੁਰਦੇਵ what about sleep is very important right but sleep ਦੀ problem ਸਾਰਿਆਂ ਨੂੰ ਹੁੰਦੀ ਜਦੋਂ ਮੇਰੇ ਆਫਿਸ 'ਚ ਅਸੀਂ ਵੇਖਦੇ and screens have a lot to do with that right so no screen time at least 2 hours bed ਤੋਂ ਪਹਿਲੇ ਕਿਉਂਕਿ screen ਤੋਂ blue light ਮਿਲਦੀ ਆ blue light ਸਾਡੇ ਦਿਮਾਗ ਨੂੰ ਲੱਗਦਾ this is the sky so ਇਹ awake time ਆ so brain ਨੂੰ actually stimulate ਹੁੰਦਾ ਹੈ melatonin ਸਾਡਾ natural sleep ਜਿਹੜਾ ਹੈਗਾ hormone ਇਹਦਾ production altered ਹੁੰਦਾ ਹੈ so I think screens are actually responsible for a lot of the sleep issues ਜਿਹੜੇ ਹੈਗੇ ਬਹੁਤ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਵੀ ਨੀਂਦ ਆਉਂਦੀ ਨਹੀਂ yes I get it in my office all the time so I tell people no caffeine 12 ਵਜੇ ਤੋਂ ਬਾਅਦ make sure you exercise every day very important sleep regime ਦੇ ਲਈ ਹੈਗੀ ਆ as much as possible natural sunlight ਦੀ exposure ਹੋਣੀ ਚਾਹੀਦੀ ਹੈ so get outside fresh air ਜਿਹੜਾ ਹੈਗਾ ਹੈ and ਇਹ ਜਿਹੜੀ blue light ਹੁੰਦੀ ਹੈ devices ਤੋਂ minimize so put the phone away etc 2 hours before painting ਕਰੋ yoga ਕਰੋ movement ਕਰੋ something that doesn't involve a screen ਲਾਸਟ ਕੁਐਸਚਨ ਪੁੱਛੂੰਗੀ ਗੁਰਦੇਵ 2 ਮਿੰਟ ਹੀ ਹੈਗੇ ਆਪਣੇ ਕੋਲ ਜਿਨ੍ਹਾਂ ਲੋਕਾਂ ਨੂੰ ਹਾਰਟ ਅਟੈਕ ਹੁੰਦਾ ਕਿ ਉਹ ਫੁੱਲੀ ਰਿਕਵਰ ਹੋ ਕੇ ਇੱਕ ਨਾਰਮਲ ਲਾਈਫ ਜੀ ਸਕਦੇ ਯੈਸ ਸੋ ਵੀ ਡੂ ਸੀ ਦੈਟ ਹੈਪਨ ਫॉर ਅ ਲੋਟ ਆਫ ਆਰ ਪੇਸ਼ੈਂਟਸ ਦੀ ਇੰਪੋਰਟੈਂਟ ਥਿੰਗ ਇਜ਼ ਜਦੋਂ ਹਾਰਟ ਅਟੈਕ ਹੁੰਦਾ ਹੈ ਇਟ ਡਿਪੈਂਡਸ ਦਿਲ ਦੇ ਮਸਲ ਨੂੰ ਕੋਈ ਨੁਕਸਾਨ ਹੋਇਆ ਜਾਂ ਨਹੀਂ ਦਿਲ ਦੀ ਕੋਈ ਇਲੈਕਟ੍ਰਿਕਲ ਇਸ਼ੂ ਹੋਈ ਜਾਂ ਨਹੀਂ ਸੋ ਸਾਰਿਆਂ ਦਾ ਕੇਸ ਬਾਈ ਕੇਸ ਬੇਸਿਸ ਹੁੰਦਾ ਹੈ ਬਟ ਯੈਸ ਵੈਰੀ ਪੋਸੀਬਲ ਹੈ ਕਿ ਫੁੱਲ ਰਿਕਵਰੀ ਹੋ ਸਕਦੀ ਓਬਵੀਅਸਲੀ ਹਾਰਟ ਅਟੈਕ ਤੋਂ ਬਾਅਦ ਦਵਾਈਆਂ ਲੋਕੀ ਖਾਂਦੇ ਆ ਟੂ ਮੇਕ ਸ਼ੋਰ ਦੁਬਾਰਾ ਨਹੀਂ ਹੁੰਦਾ ਰਾਈਟ ਸੋ ਮਿਨੀਮਾਈਜ਼ ਰਿਸਕ ਆਫ ਰਿਕਰੈਂਸ ਸੋ ਉਹ ਦਵਾਈਆਂ ਤਾਂ ਜ਼ਿੰਦਗੀ ਭਰ ਖਾਂਦੇ ਐਂਡ ਦੈਨ ਅਸੀਂ ਜ਼ਿਆਦਾ ਫੋਕਸ ਲਾਈਫਸਟਾਈਲ 'ਤੇ ਵੀ ਪਾਉਂਦੇ ਇੱਕ ਪ੍ਰੋਗਰਾਮ ਹੈਗਾ ਕਾਰਡੀਅਕ ਰੀਹੈਬ ਪ੍ਰੋਗਰਾਮ ਕਾਰਡੀਅਕ ਰੀਹੈਬਿਲਿਟੇਸ਼ਨ ਉਹ 2-3 ਮਹੀਨੇ ਦਾ ਪ੍ਰੋਗਰਾਮ ਹੁੰਦਾ ਹਾਰਟ ਅਟੈਕ ਤੋਂ ਬਾਅਦ ਐਂਡ ਉਹ ਦੱਸਦੇ ਆ ਐਕਸਰਸਾਈਜ਼ ਕਿਸ ਤਰ੍ਹਾਂ ਕਰਨਾ ਡਾਇਟ ਕਿਸ ਤਰ੍ਹਾਂ ਬਦਲਣਾ ਹੈ ਵੈਰੀ ਇੰਪੋਰਟੈਂਟ ਉਹਦੇ ਨਾਲ ਹਾਰਟ ਡਿਜ਼ੀਜ਼ ਦਾ ਦੁਬਾਰਾ ਹੋਣ ਦਾ ਅਟੈਕ ਦਾ ਰਿਸਕ ਘੱਟਦਾ ਹੈ ਸੋ ਲਾਈਫਸਟਾਈਲ ਇਜ਼ ਵੈਰੀ 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 ਇੰਪੋਰਟੈਂਟ
ਐਨੀਥਿੰਗ ਇਨ ਕਲੋਜ਼ਿੰਗ, ਕੋਈ ਟਿਪਸ ਹੋਣ ਲਾਈਫਸਟਾਈਲ ਨੂੰ ਠੀਕ ਕਰਨ ਵਾਸਤੇ, ਕੁਝ ਹੋਰ ਤੁਸੀਂ ਕਹਿਣਾ ਚਾਹੋ? I think ਅਸੀਂ ਜ਼ਿਆਦਾ ਕਵਰ ਕਰ ਲੈਤਾ, ਬਟ ਟੂ ਸਮਰਾਈਜ਼, ਅਗਰ ਤੁਹਾਡੇ ਸਿੰਪਟਮਸ ਹੋ ਰਹੇ ਆ, ਤੁਹਾਡੀ ਫੈਮਿਲੀ ਹਿਸਟਰੀ, You were talking about some BLS. Yeah, BLS, ਹਾਂਜੀ, yeah, so get screened. And then for CPR, so I think everybody should learn how to do CPR, ਯਾਨੀ ਕਿ basic life support. Okay. So ਅਗਰ ਤੁਸੀਂ Heart and Stroke Foundation ਦੇ ਵੈਬਸਾਈਟ 'ਚ ਜਾਂਦੇ, ਕੋਰਸਿਸ ਮਿਲ ਜਾਂਦੇ, ਉਹ ਦਿਖਾਉਂਦੇ ਆ ਕਿਸ ਤਰ੍ਹਾਂ ਪਛਾਣਦੇ ਕਿ ਕਾਰਡੀਅਕ ਅਰੈਸਟ ਹੁੰਦਾ ਹੈ, and how do you immediately provide good quality CPR, so ਕਿਸੇ ਦੇ ਬ੍ਰੇਨ 'ਚ ਅਸਰ ਨਹੀਂ ਹੁੰਦਾ, ਪਰਮਾਨੈਂਟ ਡੈਮੇਜ ਨਹੀਂ ਹੁੰਦਾ. So I think everyone ਦੀ knowledge should be of BLS. ਅਗਰ ਟਾਈਮ ਹੈਗਾ ਹੈ, you have the ability, very important life saving measure ਹੈਗੀ ਲੋਕਾਂ ਦੇ ਲਈ. Anything in closing? No, I think we've covered it all. Yeah, thank you so much, Gurdeep. Thank you so much. ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ. ਸਤਿ ਸ਼੍ਰੀ ਅਕਾਲ.